ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਮੈਂ ਔਰ ਡਾਕਟਰ ਅਮਰ ਸਿੰਘ ਆਜ਼ਾਦ ਆਪਣਾ ਡਾਕਟਰ ਆਪ ਬਣੋ ਲੜੀਵਾਰ ਨੰਬਰ 42 ਬੀ ਯੋਰ ਓਨ ਡਾਕਟਰ ਐਪੀਸੋਡ ਨੰਬਰ 42 ਲੈ ਕੇ ਇੱਕ ਵਾਰ ਫੇਰ ਹਾਜ਼ਰ ਹੋਏ ਹਾਂ। ਤੇ ਅੱਜ ਦੇ ਇਸ ਲੜੀਵਾਰ ਦੇ ਵਿੱਚ ਅਸੀਂ ਗੱਲ ਕਰਾਂਗੇ ਪਿਛਲੀ ਹੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਕਿ ਕਿਸ ਤਰੀਕੇ ਦੇ ਨਾਲ ਕੀ ਅਜਿਹਾ ਕਰੀਏ ਕਿ ਸਰੀਰ ਅੰਦਰ ਜੇਕਰ ਜਿੰਨੀਆਂ ਮਰਜ਼ੀ ਭਿਆਨਕ ਤੋਂ ਭਿਆਨਕ ਜਿਹੜੀ ਆ ਰੋਗ ਲੱਗੇ ਪਏ ਹੋਣ, ਉਹ ਬਿਨਾਂ ਕੁਛ ਕਰਿਆਂ ਬਿਨਾਂ ਕੁਛ ਅਜਿਹਾ ਕਰਿਆਂ ਵੀ ਇਲਾਜ ਕਰਵਾਉਣ ਜਾਣ ਲੱਗਿਆਂ ਦਵਾਈਆਂ ਨਾਲ ਜਾਂ ਕੁਛ ਹੋਰ ਕੀਤੇ ਜਾਣ ਨਾਲ ਅਸੀਂ ਆਪਣੇ ਆਪ ਨੂੰ ਆਪ ਤੰਦਰੁਸਤ ਕਰ ਲਈਏ। ਉਹ ਵੀ ਕੁਝ ਜਿਹੜਾ ਕਿ ਅੱਜ ਕੱਲ੍ਹ ਦੀ ਮਾਡਰਨ ਮੈਡੀਕਲ ਸਾਇੰਸ ਜਾਂ ਪੁਰਾਤਨ ਜਿਹੜੀਆਂ ਇਲਾਜ ਪੱਧਤੀਆਂ ਨੇ, ਉਹ ਵੀ ਜਿਹਦੇ 'ਚ ਇਹ ਕਿਹਾ ਜਾਂਦਾ ਕਿ ਇਹਨਾਂ ਦਾ ਇਲਾਜ ਕਰਨਾ ਅਸੰਭਵ ਹੈ, ਉਹ ਵੀ ਬਿਮਾਰੀਆਂ ਜਿਹੜੀਆਂ ਨੇ, ਉਹ ਵੀ ਰੋਗ ਜਿਹੜੇ ਨੇ, ਉਹ ਅਸੀਂ ਠੀਕ ਕਰ ਲਈਏ ਬਿਨਾਂ ਕਿਸੇ ਡਾਕਟਰ ਕੋਲ ਜਾਣਾ, ਵੈਦ ਹਕੀਮ ਕਿਸੇ ਕੋਲ ਜਾਏ ਬਿਨਾਂ। ਬੜੇ ਵਿਸਥਾਰ ਦੇ ਨਾਲ ਪਿਛਲੀ ਵਾਰ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਨੇ ਦੱਸਿਆ ਸੀਗਾ ਕਿ ਕਿਸ ਤਰੀਕੇ ਦੇ ਨਾਲ ਸਾਡੇ ਅੰਦਰ ਕੀ ਬੈਠਾ ਹੈ ਜਿਹਦੇ ਨਾਲ ਅਸੀਂ ਉਸ ਨੂੰ ਜਾਗਰਿਤ ਕਰਕੇ ਅਸੀਂ ਇਹ ਚੀਜ਼ਾਂ ਨੂੰ ਸੰਭਵ ਬਣਾ ਸਕਦੇ ਹਾਂ। ਉਸੇ ਲੜੀ ਨੂੰ ਅੱਗੇ ਵਧਾਉਂਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਦੇ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ। ਡਾਕਟਰ ਸਾਹਿਬ, ਪਿਛਲੀ ਵਾਰ ਆਪਾਂ ਨੇ ਗੱਲ ਕੀਤੀ ਸੀ ਦ ਸੀਕ੍ਰੇਟ ਬੁੱਕ ਦੀ, ਦ ਪਾਵਰ ਆਫ ਸਬਕੌਂਸ਼ੀਅਸ, ਯਾਨੀ ਕਿ ਅਚੇਤ ਮਨ ਦੀ ਸ਼ਕਤੀ। ਆਪਣੇ ਅੰਦਰ ਕੀ ਅਜਿਹਾ ਬੈਠਾ, ਪਰਮਾਤਮਾ ਦਾ ਰੂਪ ਅਜਿਹਾ ਅੰਦਰ ਬੈਠਾ ਜਿਸ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਜਾਗਰਿਤ ਕਰਨਾ ਹੈਗਾ, ਤੇ ਕੀ ਅਜਿਹਾ ਕਰਨਾ ਜਿਹਦੇ ਨਾਲ ਅਸੀਂ ਆਪਣਾ ਅੰਦਰ ਜਿਹੜੇ ਰੋਗ ਨੇ, ਲਾ ਇਲਾਜ ਬਿਮਾਰੀਆਂ ਨੇ, ਜਾਂ ਕੁਝ ਅਜਿਹੀਆਂ ਸਮੱਸਿਆਵਾਂ ਨੇ ਜਿਨ੍ਹਾਂ ਦਾ ਸਾਨੂੰ ਹੱਲ ਨਹੀਂ ਮਿਲ ਰਿਹਾ, ਉਹਨਾਂ ਨੂੰ ਅਸੀਂ ਕੁਝ ਚਿਰਾਂ ਦੇ ਵਿੱਚ, ਕੁਝ ਜਿਹੜੇ ਸਮੇਂ ਦੇ ਵਿੱਚ ਹੀ ਜਿਹੜੀ ਉਸ ਨੂੰ ਰਿਕਵਰ ਕਰ ਸਕਦੇ ਹਾਂ। ਕੁਝ ਸਮੇਂ ਦੇ ਵਿੱਚ ਹੀ ਅਸੀਂ ਉਹਨਾਂ ਸਮੱਸਿਆਵਾਂ ਦਾ ਹੱਲ ਆਪੇ ਆਪ ਕੱਢ ਸਕਦੇ ਹਾਂ ਬਿਨਾਂ ਕਿਸੇ ਬੁੱਧੀਮਾਨ ਵਿਅਕਤੀ ਕੋਲ ਬੈਠਿਆਂ। ਉਸੇ ਲੜੀ ਨੂੰ ਅੱਗੇ ਵਧਾਉਂਦੇ ਹਾਂ ਕਿਉਂਕਿ ਇਹ ਚੈਨਲ ਜਿਹੜਾ ਮੈਡੀਕਲ ਚੈਨਲ ਹੈ, ਕਿਉਂਕਿ ਇਹ ਚੈਨਲ ਦੇ ਵਿੱਚ ਰੋਗਾਂ ਦਾ ਇਲਾਜ ਦੱਸਿਆ ਜਾਂਦਾ ਹੈ, ਸਮੱਸਿਆਵਾਂ ਦਾ ਇਲਾਜ ਦੱਸਿਆ ਜਾਂਦਾ ਹੈ। ਤੇ ਆਪਾਂ ਹੁਣ ਆਈਏ ਇਲਾਜ ਵੱਲ ਕਿ ਕਿੱਦਾਂ ਆਪਾਂ ਬਿਮਾਰੀਆਂ ਨੂੰ ਵੀ, ਰੋਗਾਂ ਨੂੰ ਵੀ ਜਿਹੜਾ ਉਹ ਇਸ ਸੰਕਲਪ ਦੀ ਸ਼ਕਤੀ ਦੇ ਨਾਲ ਠੀਕ ਕਰ ਸਕਦੇ ਹਾਂ। ਅੰਗਰੇਜ਼ੀ ਦੇ ਵਿੱਚ ਜਿਹੜੇ ਦੋ ਸ਼ਬਦ ਆਉਂਦੇ ਨੇ, ਪਲਾਸੀਬੋ ਇਫੈਕਟ ਤੇ ਨੋਸੀਬੋ ਇਫੈਕਟ, ਕੀ ਉਹਦੇ ਨਾਲ ਇਹ ਸੰਕਲਪ ਦੀ ਸ਼ਕਤੀ ਦਾ ਵੱਡਾ ਜੁੜਾਵ ਹੈਗਾ? ਕੁਲਵੰਤ ਜੀ, ਪਹਿਲਾਂ ਤਾਂ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਬਿਮਾਰੀਆਂ ਦੀ, ਇਹ ਜਿਹੜੀ ਸਾਇੰਸ ਦੀ ਅਸੀਂ ਗੱਲ ਕਰ ਰਹੇ ਹਾਂ, ਜਿਸ ਵਿਗਿਆਨ ਦੀ ਅਸੀਂ ਗੱਲ ਕਰ ਰਹੇ ਹਾਂ, ਪਾਵਰ ਆਫ ਫਾਰਮੇਸ਼ਨ ਐਂਡ ਪਾਵਰ ਆਫ ਸਬਕੌਂਸ਼ੀਅਸ ਮਾਈਂਡ, ਇਹ ਸਾਡੀ ਕੋਈ ਅੱਜ ਦੀ ਸਾਇੰਸ ਨਹੀਂ ਹੈ, ਇਹ ਪੁਰਾਤਨ ਸਾਇੰਸ ਹੈ। ਬਹੁਤ ਸਾਡੇ ਰਿਸ਼ੀਆਂ ਮੁਨੀਆਂ ਗ੍ਰੰਥਾਂ 'ਚ ਸਭ ਦਾ ਵਰਣਨ ਹੈ, ਹਜ਼ਾਰਾਂ ਸਾਲ ਪਹਿਲਾਂ ਤੋਂ, ਉਪਨਿਸ਼ਦਾਂ ਤੋਂ ਲੈ ਕੇ ਹੁਣ ਤੱਕ ਜਿਹੜਾ ਸਾਰਾ ਵਰਣਨ ਆਉਂਦਾ ਹੈ ਕਿਸੇ ਨਾ ਕਿਤੇ, ਔਰ ਬਾਕੀ ਸੱਭਿਅਤਾਵਾਂ 'ਚ ਵੀ। ਇਹ ਸਾਡੀ ਜਿਹੜੀ ਭਾਰਤੀ ਸੱਭਿਅਤਾ ਦੇ ਅੰਦਰ ਤਾਂ ਹੈ ਹੀ ਹੈ, ਔਰ ਬਹੁਤ ਸਟਰੋਂਗ ਹੈ, ਬੜਾ ਪਾਵਰਫੁਲ ਹੈ। ਜਿਹੜਾ ਪਤੰਜਲੀ ਦਾ ਸਾਰਾ ਸੀਗਾ, ਜਿਹੜਾ ਯੋਗ ਸਾਧਨਾ ਹੈ, ਉਹਦੀ ਇੱਕ ਬੜੀ ਜਿਹਨੂੰ ਕਹਿੰਦੇ ਆ ਕੈਪਸੂਲ ਫਾਰਮ 'ਚ ਕਿਸ ਤਰ੍ਹਾਂ ਪਤੰਜਲੀ ਮਹਰਿਸ਼ੀ ਨੇ ਯੋਗ ਦੇ ਵਿੱਚ ਦਿੱਤਾ, ਜਿਹੜਾ ਅਸ਼ਟਾਂਗ ਯੋਗ ਹੈ, ਉਹ ਇੱਕ ਆਪਣੇ ਆਪ 'ਚ ਬੜੀ ਪਾਵਰਫੁਲ ਚੀਜ਼ ਆ, ਜਿਹਨੂੰ ਪੂਰੀ ਦੁਨੀਆ 'ਚ ਸਾਡੇ ਪ੍ਰਧਾਨ ਮੰਤਰੀ ਜੀ ਵੀ ਪ੍ਰਚਾਰ ਰਹੇ ਆ, ਔਰ ਬਿਲਕੁਲ ਰਾਈਟਲੀ ਸੋ ਪ੍ਰਚਾਰਨਾ ਵੀ ਚਾਹੀਦਾ। ਲੇਕਿਨ ਬਾਕੀ ਸੱਭਿਅਤਾਵਾਂ 'ਚ ਵੀ ਇਹਦੇ ਸਾਰੇ ਬੈਬੀਲੋਨੀਆ ਦੀ ਸੱਭਿਅਤਾ, ਰੋਮ ਦੀ ਸੱਭਿਅਤਾ ਹੈ, ਚਾਈਨੀਜ਼ ਸਿਵਲਾਈਜੇਸ਼ਨ ਹੈ, ਇਹ ਸਾਰੀਆਂ ਦੇ ਸਾਰੀਆਂ ਸੱਭਿਅਤਾਵਾਂ ਦੇ ਅੰਦਰ ਇਹਦੇ ਕਿਉਂਕਿ ਪੈਰਲਲ ਮਿਲਦੇ ਆ ਇਹਦੇ। ਤੁਸੀਂ ਬਾਈਬਲ ਪੜ੍ਹੋਗੇ ਤਾਂ ਕ੍ਰਿਸਚੈਨਿਟੀ 'ਚ ਵੀ ਇਹਦਾ ਕੋਈ ਨਾ ਕੋਈ ਪੈਰਲਲ ਹੈਗਾ, ਇਸਲਾਮ 'ਚ ਵੀ ਹੈ। ਸੂਫੀਜ਼ਮ ਬੇਸਿਕਲੀ ਸਾਰਾ ਉੱਥੇ ਖੜਾ। ਤਾਂ ਇਹ ਕਿਤੇ ਨਾ ਕਿਤੇ ਸਾਰੀਆਂ ਸੱਭਿਅਤਾਵਾਂ ਦੇ ਅੰਦਰ ਟ੍ਰੈਡੀਸ਼ਨਲ ਰਵਾਇਤੀ ਜਿਹੜੇ ਸਾਡੇ ਮਹਾਂਪੁਰਸ਼ ਸੀਗੇ, ਗੁਰੂ ਸੀਗੇ, ਪੀਰ ਪੈਗੰਬਰ ਸੀਗੇ, ਰਿਸ਼ੀ ਮੁਨੀ ਸੀਗੇ, ਉਹ ਸਾਰੇ ਦੇ ਸਾਰੇ ਇਸ ਸਾਇੰਸ ਨੂੰ ਕਿਤੇ ਨਾ ਕਿਤੇ ਇੰਟਿਊਸ਼ਨ ਦੇ ਲੈਵਲ 'ਤੇ ਸਮਝਦੇ ਸੀਗੇ ਅਤੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਸੀਗੇ ਆਪਣੇ ਡਿਸੈਪਲਸ ਨੂੰ, ਜਾਂ ਜਿੱਥੇ ਵੀ ਪ੍ਰਚਾਰ ਕਰਦੇ ਸੀ ਉਹ। ਲੇਕਿਨ ਅੱਜ ਦੀ ਮਾਡਰਨ ਸਾਇੰਸ ਨੇ, ਜਿਹੜੀ ਸਾਇੰਸ ਆਫ ਮਾਈਂਡ ਹੈ, ਸਾਈਕੋਲੋਜੀ ਹੈ, ਜਾਂ ਨਿਊਰੋ ਸਾਈਕੋਲੋਜੀ ਹੈ, ਉਹਨੂੰ ਕਈ ਨਾਂ 'ਤੇ ਆ ਗਈ ਹੁਣ। ਉਹ ਕੁਆਂਟਮ ਜਿਹੜੀ ਊਰਜਾ ਦੀ ਗੱਲ ਕਰਦੀ ਹੈ, ਕੁਆਂਟਮ ਹੀਲਿੰਗ ਜਿਹੜੀ ਹੈ, ਦੀਪਕ ਚੋਪੜਾ ਨੇ ਮੇਰੇ ਖਿਆਲ ਪਿਛਲੇ 27 ਸਾਲ 27 ਸਾਲ ਤੋਂ ਗੱਲ ਕਰ ਰਿਹਾ, ਉਹ ਪੱਛਮ ਦੇ ਵਿੱਚ ਬਹੁਤ ਪਿਆਰੀ ਗੱਲ ਕਰ ਰਿਹਾ, ਬਹੁਤ ਗਹਿਰੀ ਜਾ ਕੇ ਗੱਲ ਕਰਦਾ ਉਹ ਦੀਪਕ ਚੋਪੜਾ।
ਤਾਂ ਇਹ ਸਾਰੇ ਦੇ ਸਾਰੇ ਕਿਤੇ ਨਾ ਕਿਤੇ ਜਿਹੜੇ ਨੇ ਅਲੱਗ-ਅਲੱਗ ਲੈਵਲ ਤੇ ਕਿਤੇ ਨਾ ਕਿਤੇ ਕੰਮ ਹੁੰਦਾ। ਤਾਂ ਉਹਦੇ 'ਚ ਦੂਸਰੀ ਗੱਲ ਇਹ ਕਿ ਜਿਹੜੀ ਇਹਦੇ 'ਚ ਇਕੱਲੀਆਂ ਸਰੀਰਕ ਬਿਮਾਰੀਆਂ ਨਹੀਂ, ਮਾਨਸਿਕ ਬਿਮਾਰੀਆਂ ਜਾਂ ਸਮਾਜਿਕ ਵੀ ਜਿਹੜੀਆਂ, ਜਾਂ ਕੋਈ ਵੀ ਦੁੱਖ ਹੈ ਤੁਹਾਡਾ, ਉਹਦਾ ਆਧਾਰ ਸਰੀਰਕ ਬਿਮਾਰੀ ਵੀ ਹੋ ਸਕਦਾ, ਮਾਨਸਿਕ ਬਿਮਾਰੀ ਵੀ ਹੋ ਸਕਦਾ, ਜਾਂ ਕੋਈ ਤੁਹਾਡੀ ਸਮੱਸਿਆਵਾਂ ਹੋ ਸਕਦੀਆਂ ਨੇ। ਕਿਸੇ ਨੂੰ ਬੱਚੇ ਨੂੰ ਪੜ੍ਹਾਉਣ ਦੀ ਸਮੱਸਿਆ ਹੈ, ਕਿਸੇ ਦੀ ਘਰ ਦੀ ਸਮੱਸਿਆ ਹੈ, ਕਿਸੇ ਦੇ ਪਰਿਵਾਰ ਦੀ ਸਮੱਸਿਆ, ਜਾਂ ਆਪਸ ਵਿੱਚ ਲੜਾਈਆਂ ਝਗੜੇ ਨੇ, ਜਾਂ ਕੁਛ ਵੀ ਐਨੀ ਪ੍ਰੋਬਲਮ, ਉਹਦਾ ਹੀ ਸੋਲਿਊਸ਼ਨ ਹੋ ਜਾਂਦਾ। ਇਹ ਇੱਕ ਐਸੀ ਜਿਹੀ ਸਾਇੰਸ ਹੈ ਜਿਹਦੇ ਨਾਲ ਤੁਸੀਂ ਇਕੱਲਾ ਬਿਮਾਰੀਆਂ ਦੀ ਗੱਲ ਨਹੀਂ ਕਰਦੇ, ਆਪਾਂ ਕੋਈ ਡਾਕਟਰਾਂ ਦੀ ਮੋਨੋਪੋਲੀ ਨਹੀਂ ਹੈ। ਇੱਕ ਸਾਰੇ ਦਾ ਸਾਰਾ ਸਮਾਜ ਇਹਦੇ ਤੋਂ ਲਾਭ ਉਠਾ ਸਕਦਾ। ਔਰ ਇੱਛਾਵਾਂ ਦੀ ਪੂਰਤੀ ਵੀ ਕਿਤੇ ਨਾ ਕਿਤੇ ਲੋੜਾਂ ਨਾਲ ਜੁੜੀ ਹੁੰਦੀ ਹੈ। ਇੱਛਾਵਾਂ ਦੀ ਪੂਰਤੀ ਜਿਹੜੀ ਹੈ ਕਿ ਜੋ ਕਿਸੇ ਨੂੰ ਚਾਹੀਦਾ, ਜੋ ਕਿਸੇ ਮੰਗਦਾ, ਜੇ ਸਾਡੇ ਗੁਰਬਾਣੀ 'ਚ ਵੀ ਵਰਣਨ ਆਉਂਦਾ ਕਿ ਮੰਗਣ ਨਾਲ ਸਭ ਕੁਝ ਮਿਲ ਜਾਂਦਾ। ਤਾਂ ਕਿਤੇ ਨਾ ਕਿਤੇ ਜਿਹੜਾ ਹੈ ਸਾਰੀ ਸਾਇੰਸ ਹੈ, ਜਿਹਨੂੰ ਸਮਝਣਾ ਬਹੁਤ ਜ਼ਰੂਰੀ ਹੈ। ਔਰ ਅੱਜ ਆਪਾਂ ਪਿਛਲੇ ਕਾਫੀ ਵੀਡੀਓਜ਼ ਆਪਾਂ ਨੇ ਗੱਲ ਕੀਤੀ ਹੈ, ਅੱਜ ਆਪਾਂ ਉਹਨੂੰ ਕਨਕਲੂਡ ਕਰਦੇ ਹਾਂ ਤਾਂ ਕਿ ਆਪਾਂ ਅੱਗੇ ਹੋਰ ਵਿਸ਼ਾ ਲੈਣ ਵਾਲੇ ਬਣਾਂਗੇ। ਤਾਂ ਇੱਕ ਗੱਲ ਜਿਹੜੀ ਆਪਾਂ ਉੱਥੋਂ ਸ਼ੁਰੂ ਕਰਦੇ ਹਾਂ ਦੁਬਾਰਾ, ਕਿ ਸਾਡੇ ਕੋਲ ਸਾਡੇ ਕੋਲ ਜਿਹੜਾ ਮਹਾਂਸੱਤਿਆ ਜਿਹਨੂੰ ਕਹਿੰਦੇ ਆ, ਜਿਹੜੇ ਸੁਪਰੀਮ ਸੱਚ ਹੈ, ਜਿਹੜਾ ਉਹ ਕੀ ਹੈ ਕਿ ਪਰਮਾਤਮਾ ਦਾ ਛਤਰ ਹੈ ਸਾਡੇ ਉੱਪਰ। ਉਹਨੂੰ ਕੁਆਂਟਮ ਫੀਲਡ ਕਹਿ ਲਓ ਜਾਂ ਪਰਮਾਤਮਾ ਕਹਿ ਲਓ। ਧਰਮ ਪਰਮਾਤਮਾ ਕਹਿੰਦਾ, ਸਾਇੰਸ ਉਹਨੂੰ ਕੁਆਂਟਮ ਫੀਲਡ ਕਹਿੰਦੀ ਹੈ। ਗੁਣ ਦੋਨਾਂ ਦੇ ਇੱਕੋ ਜਿਹੇ ਨੇ। ਜੋ ਧਰਮ ਪਰਮਾਤਮਾ ਦੇ ਗੁਣ ਕਹਿੰਦਾ, ਵਿਗਿਆਨ ਉਹਨੂੰ ਕੁਆਂਟਮ ਫੀਲਡ ਦੇ ਗੁਣ ਕਹਿੰਦਾ, ਕਾਸਮਿਕ ਊਰਜਾ ਦੇ ਗੁਣ ਕਹਿੰਦਾ। ਤਾਂ ਸਾਰੇ ਕਿਤੇ ਨਾ ਕਿਤੇ ਉਹੀ ਸਾਇੰਸ ਵਿਗਿਆਨ ਹੈ। ਉਹਦਾ ਜਿਹੜਾ ਵੱਡਾ ਛਤਰ ਹੈ, ਉਹ ਛਤਰ ਫਿਰ ਅੱਗੇ ਸੂਰਜ ਦੀ ਸ਼ਕਲ ਜਦੋਂ ਲੈਂਦਾ ਤਾਂ ਹੋਰ ਸ਼ਕਲ 'ਚ ਆ ਜਾਂਦਾ, ਤਾਂ ਉਹ ਫਿਰ ਅੱਗੇ ਧਰਤੀਆਂ ਦੀ ਸ਼ਕਲ 'ਚ ਲੈਂਦਾ ਤਾਂ ਕੁਦਰਤ ਦੀ ਸ਼ਕਲ 'ਚ ਆ ਜਾਂਦਾ, ਫਿਰ ਉਹ ਸਾਡੇ ਅੱਗੇ ਆਉਂਦਾ ਤਾਂ ਉਹ ਜੀਵ ਜੰਤੂਆਂ ਦੀ ਸ਼ਕਲ 'ਚ ਆ ਜਾਂਦਾ। ਤਾਂ ਉਹ ਕਿਤੇ ਨਾ ਕਿਤੇ ਊਰਜਾ ਹੈ, ਔਰ ਊਰਜਾ ਤੋਂ ਅੱਗੇ ਫਿਰ ਪਦਾਰਥ ਹੈ, ਊਰਜਾ ਤੋਂ ਪਦਾਰਥ ਪੈਦਾ ਹੁੰਦਾ, ਫਿਰ ਵਾਪਸ ਊਰਜਾ ਚਲਾ ਜਾਂਦਾ। ਊਰਜਾ ਸੁਪਰੀਮ ਹੈ। ਊਰਜਾ ਤੇ ਪਦਾਰਥ ਇੱਕੋ ਚੀਜ਼ ਦੇ ਦੋ ਪਾਸੇ ਨੇ। ਉਹਦਾ ਇੱਕ ਪਾਸਾ ਪਦਾਰਥ ਹੈ, ਦੂਜਾ ਪਿੱਛਾ ਉਹਦਾ ਊਰਜਾ ਤੋਂ ਪਦਾਰਥ ਪੈਦਾ ਹੁੰਦਾ, ਫਿਰ ਵਾਪਸ ਪਦਾਰਥ ਚਲਾ ਜਾਂਦਾ। ਤਾਂ ਇਹ ਸਾਰਾ ਬੈਕਗਰਾਊਂਡ ਜਿਹਦੇ 'ਚ ਆਪਾਂ ਗੱਲ ਕਰ ਰਹੇ ਹਾਂ। ਹੁਣ ਸਵਾਲ ਹੈ ਕਿ ਜਿਹੜਾ ਅਸੀਂ ਜਿਹਨੂੰ ਇਹ ਹੈ ਮਹਾਂਸੱਤਿਆ, ਜਿਹਨੂੰ ਕਹਿੰਦੇ ਆ ਅਮਰ ਅਜ਼ਰ, ਨਾ ਕਦੀ ਨਾ ਮਰਨ ਵਾਲਾ ਸੱਚ, ਜਿਹਦੀ ਬਾਬਾ ਗੁਰੂ ਨਾਨਕ ਸਾਹਿਬ ਵੀ ਗੱਲ ਕਰਦੇ ਨੇ, ਬਾਰ-ਬਾਰ ਸੱਚ ਦੀ ਗੱਲ ਕਰਦੇ ਨੇ। ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਜਿਹੜੀ ਅਲਟੀਮੇਟਲੀ ਸਾਰੀ ਗੱਲ ਕਰਦੇ ਆ। ਤਾਂ ਉਸ ਤੋਂ ਬਾਅਦ ਕਿ ਬਹੁਤ ਵੱਡਾ ਝੂਠ ਹੈ ਇੱਦਾਂ ਹੀ, ਜਿਹਦੇ 'ਚ ਅਸੀਂ ਜਿਉਂਦੇ ਹਾਂ। ਉਹ ਝੂਠ ਕੀ ਹੈ? ਉਹ ਝੂਠ ਹੈ ਇਸ ਸੱਚ ਨੂੰ ਦੇ ਨਾਲ ਆਪਣੇ ਆਪ ਨੂੰ ਜੁੜਿਆ ਹੋਇਆ ਮਹਿਸੂਸ ਨਾ ਕਰਨਾ, ਇਹਦਾ ਹਿੱਸਾ ਮਹਿਸੂਸ ਨਾ ਕਰਨਾ, ਆਪਣੇ ਆਪ ਨੂੰ ਵੱਖਰਾ ਸਮਝਣਾ। ਇੱਕ ਬਹੁਤ ਵੱਡਾ ਝੂਠ ਹੈ। ਇਹ ਝੂਠ ਅੱਗੇ ਸਭ ਬਿਮਾਰੀਆਂ ਦੀ ਜੜ ਹੈ। ਤੁਸੀਂ ਜੇ ਧਿਆਨ ਨਾਲ ਦੇਖੋਗੇ ਤਾਂ ਜੇ ਤੁਸੀਂ ਆਪਾਂ ਇਹ ਸੱਚ ਨੂੰ ਪਛਾਣ ਲਈਏ, ਗੁਰੂ ਸਾਹਿਬ ਕਹਿੰਦੇ ਇੱਕ ਨੂਰ ਤੇ ਸਭ ਜਗ ਉਪਜਿਆ। ਉਹ ਨੂਰ ਕੀ ਹੈ? ਉਹ ਨੂਰ ਉਹੀ ਜਿਹਦੀ ਆਪਾਂ ਗੱਲ ਕਰ ਰਹੇ ਹਾਂ, ਨੂਰ ਹੈ ਉਹ। ਜੇ ਇੱਕ ਨੂਰ ਤੇ ਸਾਰਾ ਜਗ ਉਪਜਿਆ, ਜੇ ਇੱਕੋ ਹੀ ਸਾਰਾ ਕੁਛ ਹੈ ਤੇ ਸਾਰਾ ਇੱਕੋ ਹੀ ਵਨਨੈਸ ਹੈ, ਤਾਂ ਫਿਰ ਬਾਉਂਡਰੀ ਦੀ ਕੀ ਲੋੜ ਹੈ? ਵਾਈ ਕੰਟਰੀਜ਼? ਦੇਸ਼ਾਂ ਦੀਆਂ ਹੱਦਾਂ ਦਾ ਕਿਆ ਮਤਲਬ ਰਹਿ ਗਿਆ? ਫੌਜਾਂ ਦਾ ਕੀ ਮਤਲਬ ਰਹਿ ਗਿਆ? ਪੁਲਿਸ ਦਾ ਕੀ ਮਤਲਬ ਰਹਿ ਗਿਆ? ਲੜਾਈਆਂ ਝਗੜੇ ਹਿੰਦੂ ਮੁਸਲਿਮ ਧਰਮਾਂ ਦਾ ਝਗੜਾ ਕੀ ਮਤਲਬ ਰਹਿ ਗਿਆ? ਸਾਰੇ ਝਗੜੇ ਬੇਮਤਲਬ ਹੋ ਗਏ ਨਾ। ਕਿੱਥੋਂ ਨਿਕਲੇ ਉਹ? ਕਿ ਤੁਸੀਂ ਇੱਕ ਪਰਦਾ ਖੜਾ ਕਰਤਾ ਆਪਣੇ ਤੇ ਉਹ ਸੁਪਰੀਮ ਸੱਚ ਦੇ ਵਿਚਾਲੇ। ਇੱਕ ਪਰਦਾ ਹੈ, ਉਹ ਪਰਦਾ ਇੱਕ ਬਹੁਤ ਵੱਡਾ ਝੂਠ ਹੈ। ਮੈਂ ਜਾਂ ਮੇਰਾ ਧਰਮ, ਮੇਰਾ ਕੰਟਰੀ, ਮੇਰਾ ਮੈਂ ਕਰਕੇ ਬਹੁਤ ਕੁਛ ਹੈ ਉਹਦੇ 'ਚ। ਕਿੰਨੇ ਬੈਰੀਅਰ ਖੜੇ ਕਰਤੇ ਅਸੀਂ। ਭਾਸ਼ਾ ਦਾ ਬੈਰੀਅਰ ਕਰਤਾ, ਧਰਮ ਦਾ ਬੈਰੀਅਰ ਕਰਤਾ, ਨੈਸ਼ਨੈਲਿਟੀ ਦਾ ਬੈਰੀਅਰ ਖੜਾ ਕਰਤਾ, ਅਨੇਕਾਂ ਕਿਸਮ ਦੇ ਹੋਰ ਬੈਰੀਅਰ ਖੜੇ ਕਰ ਰੱਖੇ ਆਪਾਂ ਨੇ। ਫਿਰ ਹੁਣ ਤਾਂ ਮੈਂ ਜਿਹੜੀ ਆ ਉਹ ਸਿਰੇ ਲੱਗੀ ਪਈ। ਅੱਜ ਕੱਲ੍ਹ ਦਾ ਬੱਚਾ ਜਿਹੜਾ ਹੈ ਉਹ ਆਪਣੇ ਪਰਿਵਾਰ ਨੂੰ ਉਹਨੂੰ ਵੀ ਪਰਿਵਾਰ ਦੀ ਵੀਨੈਸ 'ਚ ਵੀ ਨਹੀਂ ਜੋੜਨਾ ਚਾਹੁੰਦਾ। ਉਹਦਾ ਮੈਂ ਸੁਪਰੀਮ ਆ ਪਰਿਵਾਰ 'ਚ। ਤਾਂ ਉਹਨੂੰ ਇੰਨਾ ਜ਼ਿਆਦਾ ਅਸੀਂ ਵਲਗਰਾਈਜ਼ ਕਰਤਾ। ਅੱਜ ਦਾ ਜਿਹੜਾ ਕੰਜ਼ਿਊਮਰ ਸੋਸਾਇਟੀ ਹੈ, ਜਿਹੜੀ ਚੀਜ਼ਾਂ 'ਤੇ ਆਧਾਰਿਤ ਸੋਸਾਇਟੀ ਹੈ, ਪੋਜੈਸ਼ਨ 'ਤੇ ਆਧਾਰਿਤ ਸੋਸਾਇਟੀ ਹੈ, ਪਿਛਲੇ 30 40 ਸਾਲ 50 ਸਾਲ ਦੇ ਵਰਤਾਰੇ 'ਚ, ਤਾਂ ਅਸੀਂ ਉਹਨੂੰ ਅੱਤ 'ਤੇ ਲੈ ਗਏ ਅਤੇ ਫਿਰ ਅੱਤ ਦੀਆਂ ਬਿਮਾਰੀਆਂ ਵੀ ਆਉਣਗੀਆਂ। ਉਹਦਾ ਅਸੀਂ ਖਾਮਿਆਜ਼ਾ ਭੁਗਤ ਰਹੇ ਹਾਂ। ਸੋ ਆਪਾਂ ਗੱਲ ਕਰ ਰਹੇ ਸੀ ਕਿ ਬਹੁਤ ਵੱਡਾ ਝੂਠ ਜਿਹੜਾ ਹੈਗਾ ਉਹ ਹੈ ਕਿ ਜਿਹੜਾ ਸੁਪਰੀਮ ਸੱਚ ਹੈ ਅਤੇ ਆਪਣੇ ਵਿਚਾਲੇ ਇੱਕ ਪਰਦਾ ਖੜਾ ਕਰ ਲਿਆ ਅਤੇ ਆਪਣੇ ਆਪ ਨੂੰ ਉਹਨੂੰ ਅੱਡ ਸਮਝਣਾ ਸ਼ੁਰੂ ਕਰਤਾ ਵੀ ਮੈਂ ਤਾਂ ਕੋਈ ਵੱਖਰੀ ਚੀਜ਼ ਹਾਂ। ਉੱਥੋਂ ਬਹੁਤ ਕੁਛ ਹੌਚ ਪੌਚ ਹੋ ਗਿਆ, ਬਹੁਤ ਕੁਛ ਗਲਤ ਮਲਤ ਹੋ ਗਿਆ। ਇੱਕ ਤਾਂ ਉਸ ਪਰਦੇ ਨੂੰ ਕਿਵੇਂ ਹਟਾਇਆ ਜਾਵੇ? ਉਹ ਪਰਦਾ ਹਟ ਜਾਏਗਾ ਤਾਂ ਸੁਪਰੀਮ ਸੱਚ ਸਾਡੇ ਸਾਹਮਣੇ ਹੋਊਗਾ। ਤਾਂ ਸੁਪਰੀਮ ਸੱਚ ਨਾਲ ਅਸੀਂ ਜੁੜੇ ਹੀ ਹੋਏ ਹਾਂ।
ਅਸੀਂ ਕੋਈ ਜੁੜਨਾ ਨਹੀਂ ਹੈ, ਸਿਰਫ ਉਸ ਪਰਦੇ ਨੂੰ ਹਟਾਉਣਾ ਹੈ, ਝੂਠ ਦੇ ਪਰਦੇ ਨੂੰ ਚੱਕਣਾ ਹੈ। ਜੁੜੇ ਤਾਂ ਤੁਸੀਂ ਹੋਏ ਹੀ ਹੋ, ਜੁੜੇ ਬਿਨਾਂ ਤੁਹਾਡਾ ਗੁਜ਼ਾਰਾ ਹੀ ਕੋਈ ਨਹੀਂ ਹੈ। ਤੁਹਾਡੀ ਕੋਈ ਆਜ਼ਾਦ ਹਸੀਅਤ ਨਹੀਂ ਹੈ, ਕੋਈ ਵੱਖਰੀ ਹਸੀਅਤ ਹੈ ਨਹੀਂ ਹੈ। ਜੁੜੇ ਹੋਏ ਹਾਂ ਅਸੀਂ, ਉਸੇ ਦਾ ਹੀ ਰੂਪ ਹਾਂ, ਪਰਮਾਤਮਾ ਹੀ ਹਾਂ ਅਸੀਂ। ਪਰਮਾਤਮਾ ਹੀ ਹਰ ਵਿਅਕਤੀ ਕੀ ਹਰ ਚੀਜ਼ ਜੋ ਦਿਸ ਰਿਹਾ ਹੈ, ਜੋ ਦਿਖੇ ਸੋ ਪਰਮਾਤਮਾ ਰੱਬ ਹੈ। ਜੋ ਦਿਖ ਰਿਹਾ ਸਭ ਪਰਮਾਤਮਾ ਹੈ। ਪਰਮਾਤਮਾ ਇੱਕ ਸਮੂਹਿਕ ਨਾਮ ਹੈ ਜਿਹਦੇ 'ਚ ਉਹ ਕਾਸਮਿਕ ਊਰਜਾ ਵੀ ਹੈ ਅਤੇ ਊਰਜਾ ਤੋਂ ਪੈਦਾ ਹੋਇਆ ਪਦਾਰਥ ਦੇ ਅਨੇਕਾਂ ਅਨੰਤ ਨੂੰ ਰੂਪ ਵੀ ਨੇ। ਸਾਰੇ ਦਾ ਸਾਰਾ ਇੱਕੋ ਹੀ ਹੈ ਪਰਮਾਤਮਾ। ਅਤੇ ਇੱਕ ਵਨਨੈਸ 'ਚ ਉਹ ਕੰਮ ਵੀ ਐਜ਼ ਵਨਨੈਸ ਕਰਦਾ। ਜਦੋਂ ਕੰਮ ਕਰਦਾ ਇਹ ਨਹੀਂ ਵੀ ਸਿਰਫ ਉਹ ਕੋਈ ਫਿਜ਼ੀਕਲੀ ਜੁੜਿਆ ਹੋਇਆ ਅਤੇ ਕੋਈ ਤੰਦਾਂ ਨਾਲ ਜੁੜਿਆ ਹੋਇਆ ਪਰ ਕੰਮ ਆਪੋ ਆਪਣਾ ਕਰੀ ਜਾਂਦਾ, ਇੱਦਾਂ ਵੀ ਨਹੀਂ ਹੈ। ਜੇ ਉਹਦਾ ਇੱਕ ਕਣ ਜਿਹੜਾ ਹੈ ਉਹ ਜੋ ਕੰਮ ਕਰ ਰਿਹਾ ਉਹੀ ਉਹਦੀ ਇਨਫੋਰਮੇਸ਼ਨ, ਉਹਦੀ ਸੂਚਨਾ, ਉਹਦੇ ਆਦਾਨ ਪ੍ਰਦਾਨ ਸਮੂਹ ਨਾਲ ਹੁੰਦਾ। ਤਾਂ ਜਿਹੜਾ ਸਮੂਹ ਕਾਸਮੋਸ ਹੈ ਦੈਟ ਫੰਕਸ਼ਨਸ ਐਜ਼ ਵਨ। ਸਾਇੰਸ ਨੇ ਆਇਡੈਂਟੀਫਾਈ ਕਰ ਲਿਆ, ਅਖਬਾਰਾਂ 'ਚ ਵੀ ਲੱਗੀਆਂ, ਖਬਰਾਂ ਲੱਗੀਆਂ ਕਿ ਇੱਕ ਸਾਇੰਟਿਸਟ ਨੇ ਬੜਾ ਸਪਸ਼ਟ ਤੌਰ 'ਤੇ ਕਹਿ ਦਿੱਤਾ ਦ ਹੋਲ ਕਾਸਮੋਸ ਫੰਕਸ਼ਨਸ ਐਜ਼ ਵਨ ਯੂਨਿਟ। ਸਾਡਾ ਧਰਮ ਤਾਂ ਪਹਿਲਾਂ ਹੀ ਕਹਿੰਦਾ ਸੀਗਾ, ਅੱਜ ਉਹਨਾਂ ਨੇ ਕਹਿ ਦਿੱਤਾ ਵਿਗਿਆਨੀਆਂ ਨੇ ਕਿ ਸਾਰੇ ਦਾ ਸਾਰਾ ਕਾਸਮੋਸ ਇੱਕ ਯੂਨਿਟ ਦੇ ਤੌਰ 'ਤੇ ਕੰਮ ਕਰਦਾ। ਅਤੇ ਸਾਰਾ ਕਾਸਮੋਸ ਇੱਕ ਯੂਨਿਟ ਦੇ ਤੌਰ 'ਤੇ ਕੰਮ ਕਰਦਾ। ਤਾਂ ਬਹੁਤ ਸਾਡੀਆਂ ਜਿਹੜੀਆਂ ਝੂਠ ਨੇ ਉਹ ਬੇਲੋੜੇ ਔਰ ਬਿਨਾਂ ਮਤਲਬ ਦੇ ਆਪਣੀ ਊਰਜਾ ਨੂੰ ਅਸੀਂ ਖਰਾਬ ਕਰ ਰਹੇ ਹਾਂ। ਕਿੰਨੀਆਂ ਫੌਜਾਂ ਖੜੀਆਂ ਕਰ ਰੱਖੀਆਂ ਨੇ, ਕਿੰਨਾ ਜਾਮ ਖੜਾ ਕਰ ਰੱਖਿਆ, ਕਿਤੇ ਲੜਾਈਆਂ ਹੋ ਰਹੀਆਂ ਨੇ, ਕਿਤੇ ਬੰਬ ਚੱਲ ਰਹੇ ਆ, ਕਿਤੇ ਤਬਾਹੀ ਹੋ ਰਹੀ, ਅਤੇ ਸਾਰੇ ਦਾ ਸਾਰਾ ਕਿਤੇ ਨਾ ਕਿਤੇ ਬੇਲੋੜਾ ਬੇਮੈਨ ਹੋ ਗਿਆ। ਤੋ ਇਹ ਹੈ ਬਹੁਤ ਵੱਡਾ ਝੂਠ ਜਿਹੜਾ ਕਿ ਪਰਦਾ ਹੈ। ਹੁਣ ਸਵਾਲ ਹੈ ਕਿ ਜੇ ਪਰਦਾ ਚੱਕਿਆ ਜਾਵੇ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਂਦੀਆਂ ਨੇ। ਕਿਉਂਕਿ ਜਿਹੜੀ ਆਪਾਂ ਮਨ ਦੇ ਲੈਵਲ 'ਤੇ ਆ ਕੇ ਗੱਲ ਕਰ ਰਹੇ ਸੀਗੇ ਕਿ ਇੱਕ ਹੈ ਮੇਰਾ ਮਨ ਅਚੇਤਨ ਮਨ ਹੈ। ਚੇਤਨ ਮਨ ਸਾਰੇ ਕੁਝ ਤੋਂ ਅਫੈਕਟ ਹੁੰਦਾ ਹੈ। ਚੇਤਨ ਮਨ ਤੋਂ ਅਫੈਕਟ ਹੁੰਦਾ ਹੈ। ਜੇ ਮੰਨ ਲਓ ਜੋ ਤੁਸੀਂ ਪ੍ਰਚਾਰ ਦੇਖਦੇ ਹੋ ਵੀ ਮੇਰਾ ਧਰਮ, ਮੈਂ, ਮੇਰੀ ਜਾਤੀ, ਮੇਰਾ ਧਰਮ, ਦੇਸ਼, ਮੇਰਾ ਪਿੰਡ, ਮੇਰਾ ਕਰਕੇ ਚੇਤਨ ਮਨ ਉਸ ਲੈਵਲ 'ਤੇ ਕੰਮ ਕਰਦਾ। ਲੇਕਿਨ ਚੇਤਨ ਮਨ ਬਹੁਤ ਛੋਟਾ ਹੁੰਦਾ, ਬਹੁਤ ਛਿਦਰ ਹੁੰਦਾ ਔਰ ਬਹੁਤ ਸ਼ੋਧਾ ਹੁੰਦਾ। ਜਿਹੋ ਜਿਹਾ ਸ਼ੋਧਪੁਣਾ ਦੇਖਦਾ ਉਹ ਜਿਹਾ ਸ਼ੋਧਪੁਣਾ ਉਹ ਅਡਾਪਟ ਵੀ ਕਰ ਲੈਂਦਾ। ਅਤੇ ਉਸ ਸ਼ੋਧਪੁਣੇ ਦੀ ਆਪਾਂ ਦੇਖ ਰਹੇ ਆਪਣੇ ਆਲੇ ਦੁਆਲੇ ਮੈਨੀਫੈਸਟੇਸ਼ਨ ਜੋ। ਲੇਕਿਨ ਉਹਦੇ ਥੱਲੇ ਉਹਦਾ ਆਧਾਰ ਹੁੰਦਾ, ਬਹੁਤ ਬੜਾ ਆਧਾਰ ਹੁੰਦਾ। ਉਹ ਹੁੰਦਾ ਜਿਹਦੇ ਸਿਰ 'ਤੇ ਉਹ ਖੜਾ ਹੁੰਦਾ ਉੱਪਰ ਟੌਪ 'ਤੇ ਝੰਡਾ ਲੈ ਕੇ ਚੇਤਨ ਮਨ। ਉਹਦਾ ਥੱਲੇ ਆਧਾਰ ਬਹੁਤ ਸਟਰੋਂਗ ਹੈ, ਉਹ ਹੈ ਅਚੇਤਨ ਮਨ। ਸਬਕੌਂਸ਼ੀਅਸ ਮਾਈਂਡ ਜਿਹੜਾ ਹੁੰਦਾ ਬੜਾ ਪਾਵਰਫੁਲ ਹੁੰਦਾ, ਬਹੁਤ ਹੀ ਪਾਵਰਫੁਲ ਹੁੰਦਾ। ਉਹ ਸਭ ਕੁਝ ਕਰ ਸਕਦਾ, ਉਹਦੇ ਵਾਸਤੇ ਕੁਝ ਵੀ ਇੰਪੋਸੀਬਲ ਨਹੀਂ ਹੈ ਕਿਉਂਕਿ ਉਹ ਅੱਗੇ ਪਰਮਾਤਮਾ ਨਾਲ ਜੁੜਿਆ ਹੋਇਆ। ਸਮੂਹ ਕਾਸਮਿਕ ਊਰਜਾ ਦਾ ਪਾਰਟ ਹੈ ਚੇਤਨ ਮਨ, ਤੁਹਾਡਾ ਚੇਤਨ ਮਨ। ਉਹ ਚੇਤਨ ਮਨ ਦਾ ਜਿਹੜਾ ਉੱਪਰ ਅੱਖ ਜੀ ਕੱਢ ਕੇ ਤਾਂ ਦੇਖ ਰਿਹਾ ਸਿਰਫ ਉਹ ਸਾਡਾ ਚੇਤਨ ਮਨ ਹੈ, ਬੁੱਧੀ ਹੈ, ਵਿਵੇਕ ਹੈ, ਮੈਮਰੀ ਹੈ। ਉਹ ਸਾਰਾ ਚੇਤਨ ਮਨ ਦਾ ਜਗੜ। ਉਹਦੇ ਥੱਲੇ ਇੱਕ ਬਹੁਤ ਬੜਾ, ਜਿਸ ਤਰ੍ਹਾਂ ਬਰਫ਼ ਦਾ ਜਿਹੜਾ ਜੇ ਤੋਦਾ ਹੁੰਦਾ ਸਮੁੰਦਰ 'ਚ ਤੈਰਦਾ ਤਾਂ ਸਿਰਫ ਉਹਦਾ 12ਵਾਂ ਹਿੱਸਾ ਉੱਪਰ ਹੁੰਦਾ, 11 ਹਿੱਸੇ ਥੱਲੇ ਹੁੰਦੇ ਆ। ਅਤੇ ਕਈ ਵਾਰੀ ਗਲਤੀ ਨਾਲ ਕੋਈ ਨਾ ਕੋਈ ਹਲਕਾ ਫੁਲਕਾ ਜਹਾਜ਼ ਹੋਵੇ, ਉਹ ਸੋਚ ਕੇ ਉਹਦੇ 'ਚ ਆ ਕੇ ਟੱਕਰ ਮਾਰਦਾ ਵੀ ਸ਼ਾਇਦ ਇਹ ਇੰਨਾ ਕੀ ਹੈ ਜਿੰਨਾ ਕਿ ਦਿਖ ਰਿਹਾ, ਅਤੇ ਆਪਣੇ ਆਪ ਨੂੰ ਤਬਾਹ ਕਰ ਲੈਂਦਾ। ਪੁਰਾਣੇ ਜਦੋਂ ਲੋਕਾਂ ਨੂੰ ਆਈਸਬਰਗ ਜਿਹਨੂੰ ਕਹਿੰਦੇ, ਹਾਂ ਆਈਸਬਰਗ। ਤਾਂ ਇੱਦਾਂ ਹੀ ਜਿਹੜਾ ਚੇਤਨ ਮਨ ਹੈ ਇਹ ਬਹੁਤ ਸਮੂਹ ਹੈ, ਬਹੁਤ ਵੱਡਾ, ਅਤੇ ਚੇਤਨ ਮਨ ਬਹੁਤ ਛੋਟਾ। ਤਾਂ ਚੇਤਨ ਮਨ ਦੀਆਂ ਜਿਹੜੀਆਂ ਗਲਤੀਆਂ ਕੀਤੀਆਂ ਹੋਈਆਂ, ਚੇਤਨ ਮਨ ਦੇ ਜੋ ਕੁਛ ਹੌਚ-ਪੌਚ ਕੀਤਾ ਹੋਇਆ ਉਹ ਸਾਰੇ ਦਾ ਸਾਰਾ ਅਗਰ ਠੀਕ ਕਰਨਾ ਹੋਵੇ ਤਾਂ ਤੁਹਾਨੂੰ ਅਚੇਤਨ ਮਨ 'ਤੇ ਜਾ ਕੇ ਕਰਨਾ ਪਏਗਾ। ਕਿਉਂਕਿ ਚੇਤਨ ਮਨ 'ਚ ਉਹਦਾ ਫਿਰ ਅੱਗੇ ਸਾਰਾ ਇਫੈਕਟ ਹੋ ਰਿਹਾ ਹੁੰਦਾ। ਸੋ ਜਿਹੜੇ ਵਿਚਾਰ ਨੇ ਇਹ 2 ਵੇ ਕੰਮ ਕਰ ਰਹੇ ਆ। ਇਹ ਅਚੇਤਨ ਮਨ 'ਚ ਜਾ ਕੇ ਪ੍ਰੋਸੈਸ ਵੀ ਹੁੰਦੇ ਆ, ਫਲਦੇ ਫੁੱਲਦੇ ਵੀ ਆ। ਫਿਰ ਜਦੋਂ ਚੇਤਨ ਮਨ 'ਚ ਆਉਂਦੇ ਤਾਂ ਉਹਦੇ ਅੰਦਰ ਜਿਹੜਾ ਝੂਠ ਝਾਟ ਤੁਸੀਂ ਲਵੇਟ ਰੱਖਿਆ ਉਹਦੀ ਰੰਗਤ ਹੋ ਜਾਂਦੀ ਹੈ। ਫਿਰ ਉਹ ਬਾਹਰ ਆਉਂਦੇ ਕੁਝ ਹੋਰ ਹੀ ਬਣ ਜਾਂਦੇ ਆ। ਸੋ ਇਹ ਵਿਚਾਰ ਜਿਹੜੇ ਨੇ ਬਹੁਤ ਪਾਵਰਫੁਲ ਨੁਕਸਾਨ ਕਰਦੇ ਆ, ਨੈਗੇਟਿਵ ਐਂਗਲ ਤੋਂ ਵੀ ਹੋ ਸਕਦੇ ਆ ਅਤੇ ਪੋਜ਼ੀਟਿਵ ਐਂਗਲ ਤੋਂ ਵੀ ਹੋ ਸਕਦੇ ਆ। ਜੇ ਵਿਚਾਰਾਂ ਦੇ ਉੱਪਰ ਰੰਗਤ ਤੁਸੀਂ ਝੂਠ ਦੀ ਕਰਤੀ, ਮੈਂ ਦੀ ਕਰਤੀ, ਈਗੋ ਦੀ ਕਰਤੀ ਤਾਂ ਬਹੁਤ ਨੁਕਸਾਨ ਕਰਨਗੇ। ਰੋਜ਼ ਲੜਾਈਆਂ ਝਗੜੇ ਆਪਸ। ਸਭ ਤੋਂ ਸਭ ਤੋਂ ਪਿਆਰੇ ਰਿਸ਼ਤੇ ਸਭ ਤੋਂ ਜ਼ਿਆਦਾ ਲੜਾਈਆਂ ਨੇ। ਕਿਉਂ? ਬੜਾ ਜ਼ਿਆਦਾ ਨਹੀਂ ਹੁੰਦੀ। ਮੀਆਂ ਬੀਵੀ ਸਭ ਤੋਂ ਨੇੜਲਾ ਰਿਸ਼ਤਾ, ਉਹ ਵੀ ਲੜੀ ਜਾਂਦੇ ਆ। ਪਿਓ ਪੁੱਤ ਨੇ ਉਹ ਆਪਸ ਬਹੁਤ ਨੇੜਲਾ, ਉਹ ਵੀ ਲੜੀ ਜਾਂਦੇ ਆ ਆਪਸ 'ਚ। ਕਲੋਜ਼ ਰਿਲੇਟਿਵ, ਕਲੋਜ਼ ਦੋਸਤ ਕਿੰਨੇ ਲੜਦੇ ਆ, ਇੱਕ ਦੂਜੇ ਨੂੰ ਮਾਰਾਮਾਰੀ ਹੁੰਦੀ, ਕਤਲ ਤੱਕ ਹੁੰਦੇ ਆ। ਤਾਂ ਇਹ ਸਾਰਾ ਵਰਤਾਰਾ ਕਿਤੇ ਨਾ ਕਿਤੇ ਜਿਹੜਾ ਹੁੰਦਾ ਕਿ ਉਹ ਜਿਹੜੇ ਅਚੇਤਨ ਮਨ 'ਚੋਂ ਜਦੋਂ ਵਿਚਾਰ ਉੱਠਦਾ ਅਤੇ ਚੇਤਨ ਮਨ 'ਚ ਜਦੋਂ ਆ ਕੇ ਇੰਪਲੀਮੈਂਟ ਹੁੰਦਾ ਉਹ ਕੁਛ ਹੋਰ ਹੀ ਬਣ ਜਾਂਦਾ, ਨੈਗੇਟਿਵ ਹੋ ਜਾਂਦਾ, ਤਾਂ ਬਹੁਤ ਤਬਾਹੀ ਕਰਦਾ। ਜੇ ਇਹਦਾ ਉਲਟਾ ਕਰੀਏ ਕਿ ਜੇ ਉਹ ਬਹੁਤ
ਪੋਜ਼ਿਟਿਵ ਹੋ ਜਾਵੇ, ਪਵਿੱਤਰ ਹੋ ਜਾਵੇ, ਤਾਂ ਬਹੁਤ ਵੱਡਾ ਸ਼ਕਤੀ ਕ੍ਰੀਏਟ ਕਰ ਸਕਦਾ। ਵੱਡੀ ਤੋਂ ਵੱਡੀ ਬਿਮਾਰੀ ਕਿਉਰ ਕਰ ਸਕਦਾ, ਵੱਡੀ ਤੋਂ ਵੱਡੀ ਸਮਾਜਿਕ ਸਮੱਸਿਆ ਦਾ ਹੱਲ ਕਰ ਸਕਦਾ। ਕਿਸੇ ਵੀ ਸਮੱਸਿਆ ਉਹਦੇ ਵਾਸਤੇ ਕੁਝ ਵੀ ਨਾਮੁਮਕਿਨ ਨਹੀਂ ਹੈ, ਕਿਉਂਕਿ ਉਹ ਪਰਮਾਤਮਾ ਨਾਲ, ਕਾਸਮਿਕ ਊਰਜਾ ਨਾਲ, ਕਾਸਮਿਕ ਮਾਈਂਡ ਨਾਲ ਜੁੜਿਆ ਹੋਇਆ। ਸੋ ਕਾਸਮਿਕ ਮਾਈਂਡ ਹੈ, ਤੁਹਾਡਾ ਅਚੇਤਨ ਮਨ ਹੈ, ਫਿਰ ਤੁਹਾਡਾ ਚੇਤਨ ਮਨ ਹੈ। ਤਾਂ ਹੁਣ ਅਸੀਂ ਕਿਵੇਂ ਸਾਰੇ ਕੁਝ ਨੂੰ ਕਰੀਏ, ਮੈਨੇਜ ਕਰੀਏ ਕਿ ਸਾਡੀ ਜਿਹੜਾ ਸਾਡਾ ਚੇਤਨ ਮਨ ਹੈ, ਉੱਥੋਂ ਚੇਤਨ ਮਨ 'ਚ ਜਾ ਕੇ ਜੋ ਐਕਸ਼ਨ ਹੋ ਰਹੇ ਹੈ ਉਹ ਨੈਗੇਟਿਵ ਹੋਣ ਦੀ ਬਜਾਏ ਪੋਜ਼ਿਟਿਵ ਹੋ ਜਾਣ। ਉਹ ਤਬਾਹੀ ਕਰਨ ਦੀ ਬਜਾਏ ਉਹ ਬਹੁਤ ਕਲਾਕਾਰੀ ਕਰਨ, ਉੱਪਰ ਆ ਕੇ ਜੀਵਨ ਨੂੰ ਸੋਹਣਾ ਬਣਾਉਣ, ਰਿਸ਼ਤਿਆਂ ਨੂੰ ਸੋਹਣਾ ਬਣਾਉਣ, ਪਿਆਰ ਨਾਲ ਭਰੇ ਬਣਾਉਣ, ਜਾਂ ਬਿਮਾਰ ਕਰਨ ਦੀ ਬਜਾਏ ਸਿਹਤ ਵਧੀਆ ਦੇਣ। ਇਹ ਸਾਰੇ ਦਾ ਸਾਰਾ ਕਿਤੇ ਨਾ ਕਿਤੇ ਇੱਕ ਸਾਇੰਸ ਹੈ, ਉਹ ਬਸ ਸਿੰਪਲ ਜੀ ਸਾਇੰਸ ਹੈ। ਸਾਡੀ ਬਦਕਿਸਮਤੀ ਇਹ ਹੈ ਕਿ ਅਸੀਂ ਇਹਨੂੰ ਧਰਮ ਨਾਲ ਜੋੜ ਰੱਖਿਆ। ਬਹੁਤ ਸਾਰੇ ਤੁਸੀਂ ਲੋਕ ਪਾਓਗੇ ਉਹ ਮੈਡੀਟੇਸ਼ਨ ਤੋਂ ਨਫ਼ਰਤ ਕਰਦੇ ਆ, ਉਹ ਕਹਿੰਦੇ ਜਿਹੜਾ ਹਿੰਦੂ ਹੈ। ਯੋਗਾ ਤੋਂ ਨਫ਼ਰਤ ਕਰਦੇ ਆ ਕਿ ਨਹੀਂ ਇਹ ਹਿੰਦੂ ਹੈ। ਇਹਦਾ ਕੋਈ ਹਿੰਦੂ ਸਿੱਖ ਨਾਲ ਕਿਸੇ ਨਾਲ ਕੋਈ ਤਲਕ ਨਹੀਂ ਹੈ, ਸਾਇੰਸ ਹੈ। ਮੈਡੀਟੇਸ਼ਨ ਇਜ਼ ਏ ਸਾਇੰਸ। ਮੈਡੀਟੇਸ਼ਨ ਸਾਇੰਸ ਕੀ ਹੈ? ਮੈਡੀਟੇਸ਼ਨ ਦਾ ਮਤਲਬ ਹੈ ਆਪਣੇ ਚੇਤਨ ਮਨ ਤੋਂ ਅਚੇਤਨ ਮਨ 'ਚ ਲੈਂਡ ਕਰ ਜਾਣਾ। ਬਾਹਰੋਂ ਚੇਤਨ ਮਨ ਬਾਹਰ ਹੈ, ਉਹਨੂੰ ਅੰਦਰ ਲੈ ਜਾਣਾ ਤੇ ਅਚੇਤਨ ਮਨ 'ਚ ਜਾਣਾ, ਵਿਚਾਰਾਂ ਦੀ ਦੁਨੀਆ 'ਚ ਚਲੇ ਜਾਣਾ, ਜਿੱਥੇ ਵਿਚਾਰਾਂ ਦਾ ਇੱਕ ਬਹੁਤ ਵੱਡਾ ਫੀਲਡ ਹੈ। ਇਹ ਹੈ ਮੈਡੀਟੇਸ਼ਨ, ਸਿੰਪਲ ਭਾਸ਼ਾ 'ਚ ਮੈਡੀਟੇਸ਼ਨ। ਇਹ ਦੱਸੋ ਇਹਦੇ 'ਚ ਕੋਈ ਧਰਮ ਨਹੀਂ ਹੈ। ਕੋਈ ਵਿਚਾਰ ਤਾਂ ਮੁਸਲਮਾਨ ਦੇ ਵੀ ਉਹੀ ਨੇ, ਹਿੰਦੂ ਦੇ ਵੀ ਉਹੀ ਨੇ, ਸਿੱਖ ਦੇ ਵੀ ਉਹੀ ਨੇ, ਕ੍ਰਿਸਚਨ ਦੇ ਵੀ ਉਹੀ ਨੇ। ਉਹ ਜਿਹੇ ਅਸੀਂ ਹੈਗੇ ਆ, ਉਹ ਜਿਹੇ ਸਾਡੇ ਵਿਚਾਰ ਨੇ। ਤੁਸੀਂ ਪਾਓਗੇ ਤੁਸੀਂ ਅਮਰੀਕਾ ਚਲੇ ਜਾਓ, ਇੰਗਲੈਂਡ ਚਲੇ ਜਾਓ, ਜਿਹੜੇ ਮਰਜ਼ੀ ਮੁਲਕ ਚਲੇ ਜਾਓ, ਇੱਕੋ ਜਿਹੇ ਮਨੁੱਖ ਨੇ। ਤਾਂ ਇਹ ਸਾਰੇ ਦਾ ਸਾਰਾ ਵਰਤਾਰਾ ਕਿਤੇ ਨਾ ਕਿਤੇ ਵਿਗਿਆਨ ਹੈ। ਸੋ ਮੈਡੀਟੇਸ਼ਨ ਇੱਕ ਸਾਇੰਸ ਹੈ ਜਿਹਨੂੰ ਸਾਨੂੰ ਸਮਝਣਾ ਕਿ ਅਸੀਂ ਬਾਹਰੋਂ ਚੇਤਨ ਮਨ 'ਚੋਂ ਅਚੇਤਨ ਮਨ 'ਚ ਲੈਂਡ ਕਰਨਾ, ਤਾਂ ਕਿ ਸਾਡੇ ਚੇਤਨ ਮਨ 'ਚ ਜਿਹੜੀ ਪ੍ਰੋਸੈਸਿੰਗ ਹੋਵੇ ਵਿਚਾਰ ਦੀ, ਜਦੋਂ ਬਾਹਰ ਆਵੇ ਚੇਤਨ ਹੋ ਕੇ, ਤਾਂ ਉਹ ਪੋਜ਼ਿਟਿਵ ਦਾ ਪੋਜ਼ਿਟਿਵ ਕਲਾਕਾਰੀ ਕਰੇ ਆ ਕੇ, ਨਾ ਕਿ ਤਬਾਹੀ ਕਰੇ। ਹੁਣ ਉਹਦੇ 'ਚ ਲੈਂਡ ਕਿਵੇਂ ਕਰਨਾ, ਮੈਡੀਟੇਸ਼ਨ ਕਿਵੇਂ ਕਰਨੀ ਹੈ? ਮੈਡੀਟੇਸ਼ਨ ਦਾ ਸਾਡੇ ਜਿਹੜੇ ਪੁਰਖਿਆਂ ਨੇ ਸਾਨੂੰ ਸਾਫ਼ ਤਰੀਕਾ ਦੱਸਿਆ ਸੀ, ਅਤੇ ਸਾਇੰਸ ਵੀ ਉਹਨੂੰ ਉੱਦਾਂ ਹੀ ਮੰਨਦੀ ਹੈ। ਸਾਇੰਸ ਦੇ ਵਿੱਚ ਕੋਈ ਮੋਡੀਫਿਕੇਸ਼ਨ ਨਹੀਂ ਕੀਤੀ। ਸਾਡੇ ਪੁਰਖੇ ਕਹਿੰਦੇ ਸੀਗੇ ਕਿ ਵਿਚਾਰਾਂ ਨੂੰ ਆਪਣਾ ਵਾਹਨ ਬਣਾਓ, ਵਿਚਾਰਾਂ ਦੇ ਉੱਪਰ ਚੜ੍ਹੋ, ਸਾਹਾਂ ਤੇ ਚੜ੍ਹੋ, ਬਰੀਦਿੰਗ ਤੇ, ਆਪਣੇ ਸਾਹ ਤੇ ਚੜ੍ਹੋ, ਕਿਉਂਕਿ ਸਾਹ ਬਾਹਰ ਵੀ ਆਉਣਾ, ਸਾਹ ਅੰਦਰ ਵੀ ਜਾਣਾ, ਸਾਹ ਬਾਹਰ ਵੀ ਹੋਣਾ। ਸਾਹ ਇੱਕ ਕੜੀ ਹੈ ਬਾਹਰ ਤੇ ਅੰਦਰ ਦੇ ਵਿਚਾਲੇ। ਤਾਂ ਸਾਹਾਂ ਨੂੰ ਆਪਣਾ ਵਾਹਨ ਬਣਾਓ ਤੇ ਆਪਣੇ ਆਪ ਨੂੰ ਅੰਦਰ ਲੈ ਜਾਓ। ਹੁਣ ਸਾਹ ਨੂੰ ਵਾਹਨ ਕਿੱਦਾਂ ਬਣਾਈਏ? ਉਹਨੂੰ ਕਹਿੰਦੇ ਸੀ ਵਿਟਨੈਸਿੰਗ ਆਫ ਬਰੀਦਿੰਗ, ਬ੍ਰੈਥ ਵਿਟਨੈਸਿੰਗ, ਕਿ ਆਪਣੇ ਸਾਹ ਨੂੰ ਬਾਹਰ ਆਉਂਦਾ, ਅੰਦਰ ਜਾਂਦਾ, ਬਾਹਰ ਅੰਦਰ ਦੇਖੋ। ਸੁਣਨ ਨੂੰ ਬੜਾ ਸੌਖਾ ਲੱਗਦਾ ਹੈ, ਤੁਸੀਂ ਕਰਕੇ ਦੇਖਿਓ, ਬੜਾ ਹੀ ਔਖਾ ਹੈ। ਅੱਧਾ ਮਿੰਟ ਨਹੀਂ ਮਨ ਟਿਕਦਾ ਬਰੀਦਿੰਗ ਦੇ ਉੱਪਰ। ਅੱਧੇ ਮਿੰਟ ਬਾਅਦ ਫਿਰ ਟਪੂਸੀ ਮਾਰ ਕੇ ਉਹ ਕਿਸੇ ਨਾ ਕਿਸੇ ਹੋਰ ਪਾਸੇ ਲੈ ਜਾਏਗਾ ਤੁਹਾਨੂੰ। ਫਿਰ ਤੁਸੀਂ ਆਓਗੇ ਬਾਅਦ, ਫਿਰ ਅੱਧੇ ਮਿੰਟ ਬਾਅਦ ਟਪੂਸੀ ਮਾਰ ਕੇ ਲੈ ਜਾਏਗਾ। ਸੋ ਉਹਦੇ 'ਚ ਸਾਡੇ ਰਿਸ਼ੀਆਂ ਮੁਨੀਆਂ ਨੇ ਅਲੱਗ-ਅਲੱਗ ਟੈਕਨੀਕ ਦੱਸੇ। ਇੱਕ ਟੈਕਨੀਕ ਉਹਨਾਂ ਨੇ ਦੱਸਿਆ ਕਿ ਉਜੇਈ ਬਰੀਦਿੰਗ ਕਰ ਲਓ। ਉਜੇਈ ਬਰੀਦਿੰਗ ਦਾ ਮਤਲਬ ਹੁੰਦਾ ਜਿਸ ਤਰ੍ਹਾਂ ਸੌਣ ਵਾਲੇ ਬੰਦੇ ਦੇ ਸਾਹ ਦੀ ਆਵਾਜ਼ ਨਹੀਂ ਆਉਣ ਲੱਗ ਜਾਂਦੀ। ਤੁਸੀਂ ਗੱਲਾਂ ਕਰਦੇ ਬੰਦੇ ਸੋ ਜਾਂਦੇ ਆ, ਤੁਹਾਨੂੰ ਨਾਲ ਪਤਾ ਲੱਗ ਜਾਏਗਾ ਬੰਦਾ ਸੋ ਗਿਆ। ਕਿਉਂ? ਕਿ ਉਹਦੀ ਬਰੀਦਿੰਗ ਬਦਲ ਜਾਏਗੀ। ਉਹ ਕਿੱਦਾਂ ਦੀ ਹੁੰਦੀ ਆ? ਮੈਂ ਉਜੇਈ ਬਰੀਦਿੰਗ ਤੁਹਾਨੂੰ ਕਰਕੇ ਦਿਖਾਉਣਾ। ਨਹੀਂ ਗੱਲ, ਥੋੜੀ ਲੰਬੀ ਹੋ ਜਾਂਦੀ ਸੀ ਬਰੀਦਿੰਗ, ਔਰ ਉਹ 'ਚ ਹਲਕਾ ਜਿਹਾ ਆਵਾਜ਼ ਆਉਣ ਲੱਗ ਜਾਂਦੀ ਹੈ। ਇਹਨੂੰ ਕਹਿੰਦੇ ਉਜੇਈ ਬਰੀਦਿੰਗ। ਕਿਉਂਕਿ ਉਜੇਈ ਬਰੀਦਿੰਗ ਸਪੈਸ਼ਲ ਬਰੀਦਿੰਗ ਹੈ। ਫਿਰ ਤੁਹਾਡਾ ਮਨ ਭਟਕਾਏਗਾ ਨਹੀਂ ਤੁਹਾਨੂੰ। ਨਹੀਂ ਤਾਂ ਤੁਸੀਂ ਜੇ ਨਾਰਮਲ ਬਰੀਦਿੰਗ 'ਚ ਜਿੰਨਾ ਮਰਜ਼ੀ ਧਿਆਨ ਫੋਕਸ ਕਰੋ, ਸ਼ੁਰੂ ਤੁਹਾਡਾ ਮਨ ਟਪੂਸੀ ਮਾਰ ਕੇ ਉੱਧਰ ਲੈ ਜਾਏਗਾ ਬਾਂਦਰ ਵਾਂਗੂ। ਸੋ ਉਜੇਈ ਬਰੀਦਿੰਗ ਇੱਕ ਤਰੀਕਾ। ਦੂਜਾ ਤਰੀਕਾ ਇਸ ਪੁਰਖਿਆਂ ਨੇ ਦੱਸਿਆ ਕਿ ਸਾਹ ਲੈਣਾ ਤਾਂ ਅੰਦਰ ਨੱਕ ਰਾਹੀਂ ਲੈ ਲਓ ਅਤੇ ਮੂੰਹ ਰਾਹੀਂ ਛੱਡਣਾ ਸ਼ੁਰੂ ਕਰ ਦਿਓ। ਇੱਕ ਸਪੈਸ਼ਲ ਤਰੀਕਾ ਹੋ ਗਿਆ। ਮਤਲਬ ਕੀ ਹੈ ਕਿ ਸਾਹ ਨੂੰ ਥੋੜ੍ਹਾ ਮੋਡੀਫਾਈ ਕਰ ਲਓ ਤਾਂ ਕਿ ਤੁਹਾਡਾ ਅਟੈਂਸ਼ਨ ਜਿਹੜਾ ਸਬਕੌਂਸ਼ੀਅਸਲੀ ਤੁਸੀਂ ਭਟਕਣਾ ਹੈ ਉਹ ਨਹੀਂ ਹੋਏਗੀ। ਸੋ ਦੋ ਤਰੀਕੇ ਤਾਂ ਇਹ ਹੋ ਗਏ ਕਿ ਉਜੇਈ ਬਰੀਦਿੰਗ ਕਰ ਲਓ, ਜਾਂ ਸਾਹ ਨੂੰ ਨੱਕ ਰਾਹੀਂ ਲੈ ਲਓ ਅਤੇ ਮੂੰਹ ਰਾਹੀਂ ਛੱਡ ਦਿਓ ਸ਼ੁਰੂ 'ਚ। ਬਾਅਦ 'ਚ ਹੌਲੀ ਜਿੱਦਾਂ ਮਰਜ਼ੀ ਉਹ ਫਿਰ ਅੰਦਰੋਂ ਆਟੋਮੈਟਿਕ ਹੋ ਜਾਂਦਾ ਕੰਮ।
तीसरा टेक्निक जो है कि बहुत प्यारा टेक्निक है, वो है मंत्र जाप। मंत्र जाप जी है, वो मंत्र जाप जी है, वो कोई भी जो मंत्र तुहानूं प्यारा है, ਤੁਹਾਨੂੰ ਬਚਪਨ 'ਚ ਜਿਸ ਕਿਸਮ ਦੇ ਮਾਹੌਲ 'ਚ ਪਲਿਆ ਬੰਦਾ, ਜਿਸ ਕਿਸਮ ਦੇ ਧਾਰਮਿਕ ਆਸਥਾਵਾਂ 'ਚ ਪਲਿਆ, ਉੱਦਾਂ ਦਾ ਮੰਤਰ ਹੋਏਗਾ ਉਹਦਾ। ਸਪੋਜ਼ ਪੰਜਾਬ ਸਭ ਤੋਂ ਪਿਆਰਾ ਮੰਤਰ ਵਾਹਿਗੁਰੂ ਜਾਪ ਹੈ। ਵਾਹਿਗੁਰੂ ਜਾਪ ਆਪਾਂ ਰੋਜ਼ ਸੁਣਦੇ ਹਾਂ, ਕੀਰਤਨ 'ਚ ਵੀ ਸੁਣਦੇ ਹਾਂ, ਗੁਰਦੁਆਰੇ ਸੁਣਦੇ ਹਾਂ। ਜਿਹੜੇ ਬਹੁਤ ਸਾਰੇ ਜਿਹੜੇ ਸਿੱਖ ਪਰੰਪਰਾ ਦੇ ਅੰਦਰ ਵਾਹਿਗੁਰੂ ਜਾਪ ਕਰਾਉਣ ਦੇ ਅਲੱਗ-ਅਲੱਗ ਤਰੀਕੇ ਹੈ। ਤਾਂ ਉਹ ਵਾਹਿਗੁਰੂ ਜਾਪ ਕਰ ਸਕਦੇ ਨੇ। ਤੇ ਵਾਹਿਗੁਰੂ ਜਾਪ ਜ਼ਰੂਰੀ ਨਹੀਂ ਕੋਈ ਕਿਸੇ ਦੀ ਪਰੰਪਰਾ ਹੋਰ ਹੈ, ਕਿਸੇ ਦੀ ਆਸਥਾ ਹੋਰ ਹੈ। ਓਮ ਨਾਲ ਵੀ ਹੋ ਸਕਦਾ, ਉਹ ਰਾਧੇ ਨਾਲ ਵੀ ਹੋ ਸਕਦਾ, ਉਹ ਹਰੇ ਕ੍ਰਿਸ਼ਨ ਨਾਲ ਵੀ ਹੋ ਸਕਦਾ, ਉਹ ਹੇ ਰਾਮ ਨਾਲ ਵੀ ਹੋ ਸਕਦਾ, ਉਹ ਅੱਲਾਹੂ ਨਾਲ ਵੀ ਹੋ ਸਕਦਾ, ਉਹ ਆਮੀਨ ਨਾਲ ਵੀ ਹੋ ਸਕਦਾ। ਕੁਛ ਵੀ, ਕੋਈ ਵੀ ਕਿਸੇ ਨੂੰ ਜੋੜ ਸਕਦੇ ਹੋ ਤੁਸੀਂ। ਤਾਂ ਮੰਤਰ ਜਿਹੜਾ ਹੁੰਦਾ ਉਹ ਬਹੁਤ ਪਿਆਰਾ ਇੱਕ ਵਾਹਨ ਬਣ ਜਾਂਦਾ ਤੁਹਾਡਾ। ਕਿਉਂ? ਦੋ ਫਾਇਦੇ ਹੋ ਗਏ। ਇੱਕ ਤਾਂ ਮੰਤਰ ਜਿਹੜਾ ਹੈ ਕਿਉਂਕਿ ਸਾਹ ਨਾਲ ਜੁੜ ਗਿਆ, ਕਿਉਂਕਿ ਆਵਾਜ਼ ਤਾਂ ਉਦੋਂ ਹੀ ਹੋਣੀ ਜਦੋਂ ਤੁਸੀਂ ਸਾਹ ਬਾਹਰ ਕੱਢੋਗੇ, ਫਿਰ ਸਾਹ ਅੰਦਰ ਲਾਓਗੇ ਚੁੱਪ ਕਰਕੇ, ਫਿਰ ਸਾਹ ਬਾਹਰ ਕੱਢੋਗੇ, ਫਿਰ ਆਵਾਜ਼ ਕਰੋਗੇ, ਫਿਰ ਅੰਦਰ ਲਾਓਗੇ ਸਾਹ, ਤਾਂ ਸਾਹ ਜੁੜ ਗਿਆ ਨਾ। ਸੋ ਬ੍ਰੈਥ ਵਿਟਨੈਸਿੰਗ ਆਟੋਮੈਟਿਕ ਹੋ ਗਈ। ਦੂਜਾ ਹੋ ਗਿਆ ਕਿ ਜਿਹੜਾ ਤੁਸੀਂ ਮੰਤਰ ਬੋਲ ਰਹੇ ਹੋ ਉਹ ਉਸੇ ਨਾਲ ਜੁੜਿਆ ਹੋਇਆ ਜਿੱਥੇ ਅਸੀਂ ਜਾਣਾ ਹੈ। ਉਹ ਵਾਹਿਗੁਰੂ ਜਦੋਂ ਕਰਾਂਗੇ ਤਾਂ ਵਾਹਿਗੁਰੂ ਕੌਣ, ਕਿਹਦੇ ਬਾਰੇ? ਵਾਹਿਗੁਰੂ, ਅਸੀਂ ਪ੍ਰਮਾਤਮਾ ਬਾਰੇ ਗੱਲ ਕਰ ਰਹੇ ਹਾਂ, ਤਾਂ ਪ੍ਰਮਾਤਮਾ ਨਾਲ ਜੁੜਨ ਵਾਸਤੇ ਅਸੀਂ ਮੈਡੀਟੇਸ਼ਨ ਕਰ ਰਹੇ ਹਾਂ। ਇਹਦਾ ਮਤਲਬ ਉਹ ਮੰਜ਼ਿਲ ਵੀ ਹੋ ਗਈ, ਰਸਤਾ ਵੀ ਹੋ ਗਿਆ, ਤਰੀਕਾ ਵੀ ਹੋ ਗਿਆ ਉਸ ਮੰਜ਼ਿਲ 'ਤੇ ਪਹੁੰਚਣ ਦਾ। ਸੋ ਮੰਤਰ ਜਾਪ ਜਿਹੜਾ ਇਹ ਸਭ ਤੋਂ ਪਿਆਰਾ ਅਤੇ ਸਭ ਤੋਂ ਜਿਹਨੂੰ ਕਹਿੰਦੇ ਆ ਦਿਲ 'ਤੇ ਲੱਗਣ ਵਾਲਾ ਤਰੀਕਾ ਹੈ। ਅਤੇ ਮੈਂ ਮੰਤਰ ਜਾਪ ਜਿਹੜਾ ਉਹਨੂੰ ਅਸੀਂ ਅਡੋਪਟ ਕਰ ਸਕਦੇ। ਮੰਤਰ ਜਾਪ ਆਪਾਂ ਪਿਛਲੀ ਵਾਰੀ ਵੀ ਦਿਖਾਇਆ ਸੀਗਾ ਕਰਕੇ, ਤਾਂ ਉਹਦੇ 'ਤੇ ਆਪਾਂ ਬਹੁਤ ਜ਼ਿਆਦਾ ਫੋਕਸ ਨਹੀਂ ਕਰਾਂਗੇ। ਵਾਹਿਗੁਰੂ ਜਾਪ ਜਸਟ ਤਰੀਕਾ ਕੀ ਅਡੋਪਟ ਹੋ ਸਕਦਾ। ਵਾਹਿਗੁਰੂ ਜਾਪ ਨੂੰ ਲੰਬਾ ਕਰਕੇ ਵੀ ਕਰ ਸਕਦੇ ਹਾਂ, ਮੀਡੀਅਮ ਵੀ ਕਰ ਸਕਦੇ ਹਾਂ, ਸ਼ਾਰਟ ਵੀ ਕਰ ਸਕਦੇ ਹਾਂ। ਫਿਰ ਵਾਹਿਗੁਰੂ ਜਾਪ ਨੂੰ ਉੱਚਾ ਲਾਊਡਲੀ ਵੀ ਕਰ ਸਕਦੇ ਹਾਂ, ਮੀਡੀਅਮ ਵੀ ਕਰ ਸਕਦੇ ਹਾਂ, ਲੋ ਵੀ ਕਰ ਸਕਦੇ ਹਾਂ। ਫਿਰ ਸਿਰਫ ਬੁੱਲ ਹਿੱਲਣ, ਫਿਰ ਅਜੱਪਾ ਜਾਪ ਹੋ ਜਾਵੇ। ਅਜੱਪਾ ਜਾਪ ਜਦੋਂ ਪਹੁੰਚ ਗਏ ਤੁਸੀਂ, ਤਦ ਤੱਕ ਤੁਹਾਡਾ ਇਹ ਬੋਲਣ ਵਾਲੀ ਜਿਹੜੀ ਪ੍ਰਣਾਲੀ ਉਹ ਥੱਕ ਵੀ ਚੁੱਕੀ ਹੁੰਦੀ ਹੈ ਬਜਾਪ। ਫਿਰ ਉਹ ਬੜਾ ਹੀ ਸਮੂਥਲੀ ਤੁਸੀਂ ਸਬਕੌਂਸ਼ੀਅਸ 'ਚ ਲੈਂਡ ਕਰ ਜਾਂਦੇ ਹੋ, ਅਚੇਤਨ ਮਨ 'ਚ ਲੈਂਡ ਕਰ ਸਕਦੇ ਹੋ। ਤਾਂ ਉਹਦੇ 'ਚ ਜਸਟ ਇੱਕ ਛੋਟੀ ਜਿਹੀ ਡੈਮੋ ਦੇਵਾਂਗੇ ਆਪਾਂ, ਕਿੰਨਾ ਲੰਬਾ ਕਰਨਾ ਅਤੇ ਕਿੰਨਾ ਛੋਟਾ ਕਰਨਾ ਉਹਨੂੰ। ਵਾਹਿਗੁਰੂ ਲੰਬਾ ਹੋ ਗਿਆ। ਵਾਹਿਗੁਰੂ ਮੀਡੀਅਮ ਹੋ ਗਿਆ। ਜਿਹੜਾ ਉਹ ਰਹਿਣ ਸਫਾਈ ਜਿਹੜਾ ਜਿੱਦਾਂ ਕਰਦੇ ਆ, ਵਾਹਿਗੁਰੂ ਇਹ ਸ਼ਾਰਟ ਫਾਸਟ ਹੋ ਗਿਆ। ਸੋ ਇਹ ਸਪੀਡ ਦਾ ਹੋ ਗਿਆ। ਫਿਰ ਲਾਊਡਨੈਸ ਦਾ ਹੋ ਗਿਆ। ਤੁਸੀਂ ਮਤਲਬ ਲਾਊਡਲੀ ਪਹਿਲਾਂ ਕਰੋਗੇ ਵਾਹਿਗੁਰੂ ਜਦੋਂ ਇੰਨਾ ਲੰਬਾ ਕਰ ਚੁੱਕੇ ਹੁੰਦੇ ਹਾਂ, ਅੰਦਰੋਂ ਵਾਹਿਗੁਰੂ ਜਾਪ ਉੱਦਾਂ ਹੀ ਚੱਲਦਾ ਰਹਿੰਦਾ। ਇਹਨੂੰ ਅਜੱਪਾ ਜਾਪ ਕਹਿੰਦੇ ਨੇ ਆਪਾਂ। ਜਦੋਂ ਤੁਸੀਂ ਅਜੱਪਾ ਜਾਪ 'ਤੇ ਪਹੁੰਚ ਗਏ ਤਾਂ ਤੁਸੀਂ ਬਹੁਤ ਹੀ ਸਮੂਥਲੀ, ਜਿਵੇਂ ਇੱਕ ਫਲਾਈਟ ਬਹੁਤ ਹੀ ਸਮੂਥਲੀ ਜਾ ਕੇ ਆਪਣੇ ਜਿਹੜੇ ਹਵਾਈ ਅੱਡੇ 'ਤੇ ਲੈਂਡ ਕਰ ਜਾਂਦੀ ਹੈ, ਇੱਦਾਂ ਤੁਸੀਂ ਕਿੱਥੇ ਲੈਂਡ ਕਰ ਗਏ? ਆਪਣੇ ਅਚੇਤਨ ਮਨ 'ਚ, ਜਿੱਥੇ ਵਿਚਾਰਾਂ ਦਾ ਪੂਰਾ खेल दुनिया सारी विचारां दी है उत्थे। मैं दर्शकों को बताना चाहूँगा, डॉक्टर अमर सिंह आज़ाद जो MBBS MD हैं, मैं आचार्य मनीष, हमारे साथ डॉक्टर अवधेश पांडे वो भी MBBS MD हैं, डॉक्टर बिस्वरूप राय चौधरी, डॉक्टर खादर वली और हमारे पास 250 डॉक्टर्स की टीम, हमारी पूरी टीम ने मिल के पूरे भारत से शुगर को, BP को, जो गोलियां खिलाकर कंट्रोल करने का जो साइंस चल रही है, जिसको मेडिकल माफिया बोलते हैं, जो ये बोलता है कि गोली खा के कंट्रोल होती है, हम बिना दवाइयां शुगर को भी BP को भी रिवर्स करना सिखा रहे हैं। तो आप हिम्स हॉस्पिटल चंडीगढ़ में संपर्क करो। ये यहाँ पे ये हिम्स हॉस्पिटल एंड इंस्टीट्यूट ऑफ इंटीग्रेटेड मेडिकल साइंसेज जो कि डेराबस्सी चंडीगढ़ में है। तो जब आप यहाँ पे आ रहे हैं तो क्या आपकी एक्सपेक्टेशन होनी चाहिए, वो एक्सपेक्टेशन हमारे थेरेपी से मैच हो रही कि नहीं, ये आपके लिए जानना ज़रूरी है बिफोर यू स्टार्ट थिंकिंग अबाउट कमिंग हेयर। यहाँ आने से पहले कुछ बातें आपके दिमाग में क्लियर होनी चाहिए। तो उनमें एक काम हमारा होता है कि ड्रग्स, दवाइयाँ जो नशीली दवाइयाँ मिलती हैं, दी जाती हैं, जो एक वजह होती है
पेशेंट की किडनी के ख़राब होने का, तो उन ड्रग्स को हम ड्रास्टिकली टेपर डाउन करते हैं, ड्रास्टिक टेपर डाउन। तो पहले तो मेंटल सेटअप ये करके आना है कि यहाँ आएंगे तो दवाइयाँ ड्रास्टिक टेपर डाउन हो सकती हैं। अगर आप उसके लिए तैयार हैं तो यहाँ पे आइए। जिनका डायलिसिस पे है तो डायलिसिस की नेचुरल डायलिसिस पे आ जाएगा। हम तो बड़े सिंपली पेशेंट को ये समझाते हैं कि दुनिया में कोई भी बीमारी ज़ुबान पे लगाम नहीं है इसलिए आई है। अगर ज़ुबान पे लगाम खाने के लिए है तो डॉक्टर से वास्ता नहीं पड़ेगा। दूसरा, जो हमारे कैंसर के पेशेंट्स हैं, कैंसर के पेशेंट्स ये पहले ही जैसे डायग्नोसिस होता है उम्मीद छोड़ देते हैं कि अब तो टिकट कट गया, अब तो जाने की तैयारी हो गई, और साइकोलॉजिकली बहुत लो हो जाते हैं। तो छोटी छोटी चीज़ें भी उनके लिए बड़ा घातक हो जाती हैं। हम सबसे पहले उनको ये समझाते हैं कि ये जो कैंसर है ये आपका अपना सेल है जो इस स्थिति में आया है। क्या कोई स्थिति ऐसी है जिससे हम इसको रिवर्स कर पाएँ, और हम वही ये करते हैं। ये जितने भी आप पेशेंट देख रहे हैं ये सभी कैंसर के पेशेंट हैं। हिम्स हॉस्पिटल में हम लोग आयुर्वेद की अम्ब्रेला के नीचे हम लोग काम करते हैं, और यहाँ पे बिना किसी दवाई के, बिना किसी सर्जरी के बीमारियों का इलाज करते हैं। लीवर रोग, किडनी रोग, हार्ट, सोराइसिस, कैंसर, ल्यूकोडर्मा, बीपी, शुगर, थायराइड, मोटापा, घुटनों का दर्द, या आप भी हैं इन जैसी किसी भी लाइलाज बीमारी से परेशान, तो अब आपको चिंता करने की कोई आवश्यकता नहीं है, क्योंकि हम लेकर आए हैं हिम्स के नाम से दिल्ली व चंडीगढ़ के अंदर 2 बड़े हॉस्पिटल हैं, जहां पर आपके खाने पीने रहने की सुविधा के साथ साथ एक ही छत के नीचे आयुर्वेद, पंचकर्मा, नेचुरोपैथी, होम्योपैथी, एलोपैथी व आहारीय चिकित्सा के माध्यम से आपकी बीमारी का सही समय पर सही समाधान किया जाता है। अगर आप भी चाहते हैं अपनी बीमारी का सही समाधान सही समय पर पाना, तो आप हमारे हिम्स हॉस्पिटल में आकर भी अपनी बीमारी का इलाज करवा सकते हैं। ਉੱਥੇ ਵਿਚਾਰਾਂ ਦੀ ਦੁਨੀਆ, ਉਹ ਵਿਚਾਰਾਂ ਦੀ ਦੁਨੀਆ 'ਚ ਤੁਹਾਨੂੰ 2 ਤਰ੍ਹਾਂ ਦੇ ਵਿਚਾਰ ਮਿਲਣਗੇ ਤੁਹਾਨੂੰ। ਇੱਕ ਮਿਲਣਗੇ ਨੈਗੇਟਿਵ ਵਿਚਾਰ ਜਿਹੜੇ ਤੁਹਾਨੂੰ ਤੰਗ ਕਰ ਰਹੇ ਆ, ਇੱਕ ਮਿਲਣਗੇ ਤੁਹਾਡੀਆਂ ਇੱਛਾਵਾਂ ਜੋ ਚਾਹੀਦਾ ਤੁਹਾਨੂੰ। ਜ਼ਿਆਦਾਤਰ 2 ਹੀ ਤਰ੍ਹਾਂ ਦੇ ਵਿਚਾਰ ਹੁੰਦੇ ਆ। ਨੈਗੇਟਿਵ ਵਿਚਾਰ ਬਾਰੇ ਬਹੁਤ ਹੀ ਇੱਕ ਪਿਆਰੀ ਗੱਲ ਹੈ, ਤੁਸੀਂ ਕਦੇ ਕਰਕੇ ਦੇਖਿਓ। ਤੁਹਾਨੂੰ ਕੋਈ ਵਿਚਾਰ ਤੰਗ ਕਰ ਰਿਹਾ, ਉਸ ਵਿਚਾਰ ਬਾਰੇ ਤੁਸੀਂ ਮੰਨਣ ਕਰੋ ਮੰਨਣ ਮਤਲਬ ਵਧਾਣੀ ਪਾਉਣਾ, ਉਸੇ ਵਿਚਾਰ 'ਤੇ ਮੰਨਣ ਕਰੋ। ਜਦੋਂ ਮੰਨਣ ਕਰਦੇ ਰਹੋਗੇ ਤਾਂ ਹੌਲੀ ਹੌਲੀ ਜਿਹੜੀ ਸਮੱਸਿਆ ਤੁਹਾਨੂੰ ਤੰਗ ਕਰ ਰਹੀ ਹੈ, ਤਾਂ ਉਹਦਾ ਸੋਲਿਊਸ਼ਨ ਵੱਲ ਨੂੰ ਹੌਲੀ ਜਿੱਦਾਂ ਆਪਾਂ ਵਧਾਣੀ ਪਾਉਂਦੇ ਆ, ਰਿੜਕੀ ਜਾਂਦੇ ਆ, ਫਿਰ ਖੋਲ੍ਹ ਕੇ ਦੇਖਦੇ ਆ ਵੀ ਮੱਖਣ ਸ਼ੁਰੂ ਹੋ ਗਿਆ ਬਣਨਾ ਕਿ ਨਹੀਂ ਬਣਨਾ, ਫਿਰ ਇੱਕਦਮ ਹੀ ਉਹ ਮੱਖਣ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ। ਇੱਦਾਂ ਹੀ ਵਿਚਾਰਾਂ ਦੇ ਮੰਨਣ 'ਤੇ ਹੁੰਦਾ। ਜਦੋਂ ਅਸੀਂ ਵਧਾਣੀ ਪਾ ਕੇ ਬੈਠੇ ਰਹਿੰਦੇ ਆ ਪਾਈ ਰੱਖਦੇ ਆ ਵਧਾਣੀ, ਤਾਂ ਇੱਕਦਮ ਤੁਹਾਨੂੰ ਕਿੱਦਾਂ ਲੱਗਣ ਲੱਗਦਾ ਕਿ ਤੁਹਾਡੇ ਸਾਹਮਣੇ ਹੱਲ ਹੋਣਾ ਸ਼ੁਰੂ ਹੋ ਜਾਂਦਾ ਵੀ ਇੱਦਾਂ ਹੱਲ ਹੋ ਸਕਦੀ ਹੈ ਗੱਲ। ਹਾਂ, ਤੁਹਾਨੂੰ ਇੱਕਦਮ ਹਾਂ ਮੈਨੂੰ ਪਹਿਲਾਂ ਸੁੱਝੀ ਕਿਉਂ ਨਹੀਂ ਹੈ, ਇਹ ਤਾਂ ਇੱਦਾਂ ਹੱਲ ਹੋ ਸਕਦੀ ਸੀ। ਜੇ ਹੱਲ ਹੋਣ ਵਾਲੀ ਹੋਏਗੀ ਤਾਂ ਇੱਦਾਂ ਹੋਏਗਾ ਕਿ ਜਿਵੇਂ ਤੁਹਾਡੇ ਕੰਨ 'ਚ ਕੋਈ ਫੂਕ ਮਾਰ ਗਿਆ ਕਿ ਇਹ ਤਾਂ ਐਂ ਹੱਲ ਹੋ ਸਕਦੀ ਹੈ, ਤੁਸੀਂ ਕਰੋਗੇ ਤਾਂ ਹੱਲ ਹੋ ਜਾਏਗੀ। ਉਹ ਜਿਹੜੀ ਆਵਾਜ਼ ਹੋਊਗੀ ਕਦੀ ਗਲਤ ਨਹੀਂ ਹੋਏਗੀ। ਜਿਹੜੀ ਅਚੇਤਨ ਮਨ 'ਚੋਂ ਤੁਹਾਨੂੰ ਆਵਾਜ਼ ਆ ਗਈ ਉਹ ਤੁਹਾਨੂੰ ਧੋਖਾ ਨਹੀਂ ਦੇਗੀ, ਉਹ 100% ਫੁੱਲ ਪ੍ਰੂਫ ਹੁੰਦੀ ਹੈ। ਉਹ ਫਿਰ ਜਿੱਦਾਂ ਤੁਸੀਂ ਲਾਗੂ ਕਰੋਗੇ ਉਹਨੂੰ ਫੋਲੋ ਕਰਨਾ, ਫਿਰ ਬਹੁਤ ਹੀ ਸਤਿਕਾਰ ਨਾਲ, ਪਿਆਰ ਨਾਲ ਔਰ ਸ਼ਰਧਾ ਨਾਲ ਉਹਨੂੰ ਲਾਗੂ ਕਰ ਦੇਣਾ। ਫਿਰ ਆਪਣੀ ਈਗੋ ਨੂੰ ਵਿੱਚ ਨਹੀਂ ਆਉਣ ਦੇਣਾ। ਸਪੋਜ਼ ਤੁਹਾਨੂੰ ਇੱਕ ਮੈਸੇਜ ਆ ਰਿਹਾ ਕਿ ਤੁਹਾਡਾ ਮਿੱਤਰ ਪਿਆਰਾ, ਤੁਹਾਡੀ ਵਾਈਫ, ਤੁਹਾਡਾ ਹਸਬੈਂਡ ਤੁਹਾਨੂੰ ਨਾਰਾਜ਼ ਹੈ ਕਿਉਂਕਿ ਤੁਸੀਂ ਉਹਦੇ ਨਾਲ ਹਵਾ ਤਵਾ ਬੋਲੇ, ਫਿਰ ਜਾ ਕੇ ਪਿਆਰ ਨਾਲ ਜੱਫੀ ਪਾਓ, ਮਾਫੀ ਮੰਗੋ। ਤੁਹਾਨੂੰ ਇਹ ਮੈਸੇਜ ਆ ਗਿਆ ਕਿ ਜੱਫੀ ਪਾਓ, ਮਾਫੀ ਮੰਗੋ, ਮਸਲਾ ਹੱਲ। ਅਤੇ ਜੇ ਫਿਰ ਤੁਸੀਂ ਜਦ ਤੱਕ ਤੇ ਫਿਰ ਈਗੋ ਲੈ ਆਉਂਦੀ, ਫਿਰ ਸ਼ਰਧਾ ਨਾ ਰਹੀ ਹੋ। ਫਿਰ ਜੋ ਅੰਦਰੋਂ ਮੈਸੇਜ ਆਇਆ ਉਹਨੂੰ ਪਿਆਰ ਨਾਲ, ਸਤਿਕਾਰ ਨਾਲ, ਸ਼ਰਧਾ ਨਾਲ ਫੋਲੋ ਕਰੋ, ਜਾ ਕੇ ਮਾਫੀ ਮੰਗੋ। ਤੁਸੀਂ ਪਾਓਗੇ ਕਿ ਉਹ ਬੰਦਾ ਤਾਂ ਪਹਿਲਾਂ ਹੀ ਜਿੱਦਾਂ ਤੁਸੀਂ ਸੋਚ ਰਹੇ ਸੀਗੇ ਇੱਦਾਂ ਹੀ ਉਹ ਸੋਚ ਰਿਹਾ ਸੀਗਾ, ਅਤੇ ਉਹ ਤੁਹਾਨੂੰ ਉਹ ਉਲਟਾ ਉਹ ਵੀ ਮਾਫੀ ਮੰਗਣਾ ਸ਼ੁਰੂ ਕਰ ਦੇਗਾ ਤੁਹਾਨੂੰ। ਨਹੀਂ ਤੁਹਾਡਾ ਕੋਈ ਕਸੂਰ ਨਹੀਂ, ਤੁਹਾਨੂੰ ਇਸ ਕਰਕੇ ਮੈਂ ਇੱਦਾਂ ਬੋਲਿਆ। ਉਹ ਫਿਰ ਉਲਟਾ ਸਾਈਕਲ ਚੱਲ ਜਾਏਗਾ। ਤੁਸੀਂ ਉਹ ਤੋਂ ਮਾਫੀ ਮੰਗੋਗੇ ਤਾਂ ਉੱਥੋਂ ਮਾਫੀ ਮੰਗੇਗਾ। ਤੁਸੀਂ ਕਦੀ ਦੇਖ ਲਿਓ, ਕਦੀ ਮਾਫੀ ਮੰਗ ਕੇ ਦੇਖਿਓ ਕਿਸੇ ਬੰਦੇ ਤੋਂ ਵੀ ਤੁਸੀਂ ਆਪਣੇ ਵੀ ਮੈਂ ਤੁਹਾਡਾ ਉਲਟਾ ਸੁਲਟਾ ਬੋਲ ਗਿਆ, ਸੌਰੀ ਮੈਨੂੰ ਇੱਦਾਂ ਨਹੀਂ ਸੀ ਬੋਲਣਾ ਚਾਹੀਦਾ। ਉਹ ਨਹੀਂ ਮੇਰੀ ਉਹ ਗਲਤੀ ਸੀਗੀ। ਦੂਜਾ ਕਹੇਗਾ ਮੇਰੀ ਗਲਤੀ ਸੀ, ਮੈਂ ਪਹਿਲ ਮੈਂ ਕੀਤੀ, ਤੁਹਾਡਾ ਤਾਂ ਕੋਈ ਕਸੂਰ ਨਹੀਂ, ਤੁਸੀਂ ਤਾਂ ਬਾਅਦ 'ਚ ਬੋਲੇ ਸੀਗੇ, ਮੈਂ ਪਹਿਲ ਮੇਰੇ ਵੱਲੋਂ ਹੋਈ ਹੈ, ਮੈਂ ਵੀ ਮਾਫੀ।
ਤਾਂ ਇੱਦਾਂ ਹੋ ਜਾਊਗਾ। ਜੇ ਕੋਈ ਸਮੱਸਿਆ ਹੱਲ ਹੋਣ ਵਾਲੀ ਨਹੀਂ ਹੋਊਗੀ, ਸਮੱਸਿਆ ਕੋਈ ਐਡੀ ਇਹੋ ਜਿਹੀ ਹੈ ਜਿਹੜਾ ਤੁਹਾਡੇ ਨਾਲ ਬੰਦੇ ਦਾ ਲਿੰਕ ਹੀ ਨਹੀਂ ਬਣਦਾ ਕੋਈ, ਤਾਂ ਫਿਰ ਤੁਹਾਨੂੰ ਬਾਡੀ ਮੈਸੇਜ ਦੇ ਦੇਗੀ ਛੱਡ ਪਰੇ ਦਫਾ ਕਰ, ਤੇਰੇ ਕੋਲ ਹੋਰ ਬਥੇਰੇ ਕੰਮ ਨਹੀਂ, ਦਫਾ ਕਰ, ਤਾਂ ਇੱਦਾਂ ਵੀ ਹੱਲ ਹੋ ਜੂਗੀ। ਤਾਂ ਕਿਸੇ ਨਹੀਂ ਮਤਲਬ ਕੋਈ ਵੀ ਜਿਹੜੀ ਸਮੱਸਿਆ ਵਾਲੀ ਦਿੱਕਤ ਹੈ ਇੱਦਾਂ ਹੱਲ ਹੋ ਜਾਏਗੀ। ਹੁਣ ਇਹ ਗੱਲ ਜਿਹੜੀ ਹੈ ਕਿ ਕੋਈ ਇੱਛਾ ਦੀ ਇੱਛਾ ਜਿਹੜੀ ਹੁੰਦੀ ਹੈ ਉਹ ਕੋਈ ਨਾ ਕੋਈ ਚੀਜ਼ ਉਹਦੇ 'ਚ ਰੁਕਾਵਟ ਬਣ ਰਹੀ ਹੁੰਦੀ ਹੈ, ਉਹ ਹੁੰਦੇ ਨੈਗੇਟਿਵ ਥਾਟਸ। ਕਿਉਂਕਿ ਪਰਮਾਤਮਾ ਥੋੜੀ ਇੱਛਾ ਪੂਰੀ ਕਰਨ ਲਈ ਪਹਿਲਾਂ ਤਿਆਰ ਬੈਠਾ ਹੁੰਦਾ, ਕਿਉਂਕਿ ਇੱਛਾਵਾਂ ਜਿਹੜੀਆਂ ਹੁੰਦੀਆਂ ਨੇ ਤੁਹਾਨੂੰ ਜ਼ਿੰਦਗੀ ਚਲਾਉਣ ਲਈ ਹੁੰਦੀਆਂ ਨਾ। ਸਪੋਜ਼ ਤੁਹਾਡੇ ਬੱਚੇ ਦੀ ਐਜੂਕੇਸ਼ਨ ਲਈ ਤੁਹਾਡੇ ਕੋਲ ਪੈਸੇ ਨਹੀਂ ਹੈ, ਤੁਹਾਨੂੰ ਪੈਸੇ ਚਾਹੀਦੇ ਆ, ਜਾਂ ਤੁਹਾਡੇ ਕਿਸੇ ਨੀਅਰ ਐਂਡ ਡੀਅਰ ਬਿਮਾਰ ਹੈ ਉਹਦਾ ਇਲਾਜ ਕਰਾਉਣਾ, ਉਹਦੇ ਲਈ ਪੈਸੇ ਨਹੀਂ ਹੈ, ਤੁਹਾਨੂੰ ਤੁਹਾਡਾ ਦਿਮਾਗ ਅੰਦਰੋਂ ਮੈਸੇਜ ਦੇਣਾ ਸ਼ੁਰੂ ਕਰਦਾ ਮੈਂ ਛੱਡ, ਤੇ ਇੱਥੋਂ ਨਹੀਂ ਪੈਸੇ ਅਰੇਂਜ ਹੋਣੇ, ਤੂੰ ਕਿੱਥੋਂ ਕਰ ਲਏਗਾ, ਕਿ ਬਹੁਤ ਵੱਡੀ ਸਮੱਸਿਆ ਹੈ, ਬੜਾ ਪੈਸਾ ਹੈ, ਤੇ ਇੱਥੋਂ ਨਹੀਂ ਕਰ ਹੋਣਾ। ਇਹ ਮੈਸੇਜ ਦੇਈ ਜਾ ਰਿਹਾ ਹੁੰਦਾ ਤੇ ਤੁਸੀਂ ਕਦੀ ਕੋਸ਼ਿਸ਼ ਹੀ ਨਹੀਂ ਕਰਦੇ। ਉਹ ਜਦੋਂ ਕੋਈ ਨੈਗੇਟਿਵ ਮੈਸੇਜ ਆ ਰਿਹਾ ਹੋਵੇ ਤਾਂ ਉਸ ਨੈਗੇਟਿਵ ਮੈਸੇਜ ਨੂੰ ਪੋਜ਼ੀਟਿਵ 'ਚ ਕਨਵਰਟ ਕਰਨਾ ਹੁੰਦਾ ਬਸ। ਜੇ ਤੁਸੀਂ ਪੋਜ਼ੀਟਿਵ 'ਚ ਕਨਵਰਟ ਕਰ ਗਏ ਤੇ ਸੰਕਲਪ ਤੱਕ ਲੈ ਗਏ ਉਹਨੂੰ, ਸੰਕਲਪ ਤੱਕ ਲੈ ਗਏ। ਸੰਕਲਪ ਦੀ ਬੜੀ ਸ਼ਕਤੀ ਹੁੰਦੀ ਹੈ। ਜੋ ਤੁਸੀਂ ਸੰਕਲਪ ਤੱਕ ਲੈ ਜਾਂਦੇ ਹੋ, ਸੰਕਲਪ ਤੱਕ ਕਿੱਦਾਂ ਲੈ ਕੇ ਜਾਣਾ ਉਹਨੂੰ ਹੁਣ ਫਿਰ ਸਪੋਜ਼ ਬਿਮਾਰ ਹੈ ਕੋਈ ਬੰਦਾ, ਉਹਦਾ ਆਪਾਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ ਕਿ ਉਹਨੂੰ ਇਹ ਮੈਸੇਜ ਆਉਣਾ ਸ਼ੁਰੂ ਹੋ ਜਾਂਦਾ ਪੁਰਾਣੀ ਬਿਮਾਰੀ ਨੂੰ ਵੀ ਯਾਰ ਤੂੰ ਹੁਣ ਨਹੀਂ ਠੀਕ ਹੁੰਦਾ, ਮਰੇਗਾ, ਤੂੰ ਤਾਂ ਮਰੇਗਾ। ਕਿਉਂਕਿ ਮੌਤ ਦਾ ਡਰ ਬੜਾ ਭੈੜਾ ਡਰ ਹੁੰਦਾ ਬੰਦੇ ਦੇ ਦਿਮਾਗ 'ਚ। ਇੱਕ ਵਾਰੀ ਕਲਿੱਕ ਕਰ ਗਿਆ ਨਾ ਵੀ ਮੈਂ ਮਰੂੰਗਾ, ਜਿਵੇਂ ਆ ਕਰੋਨਾ 'ਚ ਹੋਇਆ ਜੋ, ਇੱਕ ਵਾਰੀ ਕਲਿੱਕ ਕਰ ਗਿਆ ਵੀ ਮੈਂ ਮਰ ਸਕਦਾ, ਤਾਂ ਉਹ ਬੰਦੇ ਦਾ ਇੰਨਾ ਡਰਦਾ ਫਿਰ ਉਹੀ ਵਿਚਾਰ ਨੂੰ ਬਾਰ ਮਰੇਗਾ ਤੇ ਬੰਦਾ ਵਾਕਿਆ ਮਰ ਜਾਂਦਾ। ਤਾਂ ਉਹ ਜਿਹੜਾ ਵਿਚਾਰ ਆ ਰਿਹਾ ਨੈਗੇਟਿਵ, ਉਹਨੂੰ ਪਛਾਣਨਾ ਕਿ ਵੀ ਵਿਚਾਰ ਦੇ ਲੈਵਲ 'ਤੇ ਇਹ ਐਕਚੁਅਲੀ ਕੋਈ ਗੱਲਬਾਤ ਹੈ ਨਹੀਂ ਗੀ, ਉਹ ਵਿਚਾਰ ਮੈਨੂੰ ਜਿਹੜਾ ਉਹ ਮਰਨ ਵੱਲ ਲੈ ਕੇ ਜਾ ਰਿਹਾ। ਬਹੁਤ ਵਿਗਿਆਨ ਦੇ ਅੰਦਰ, ਬਹੁਤ ਸਾਈਕੋਲੋਜੀ ਦੇ ਅੰਦਰ ਉਦਾਹਰਨਾਂ ਆਉਂਦੀਆਂ ਨੇ ਕਿ ਬੰਦੇ ਦੇ ਅੰਦਰ ਜੀਉਣ ਦੀ ਇੱਛਾ ਸ਼ਕਤੀ ਖਤਮ ਹੋ ਗਈ, ਬੰਦਾ ਬਿਨਾਂ ਕਿਸੇ ਬਿਮਾਰੀ ਦਾ ਮਰ ਗਿਆ। ਕੋਈ ਬਿਮਾਰੀ ਨਹੀਂ ਸੀ, ਬੰਦੇ ਦੀ ਭੁੱਖ ਮਰ ਗਈ, ਪਿਆਸ ਮਰ ਗਈ, ਬੰਦਾ ਮਰ ਗਿਆ, ਕੋਈ ਬਿਮਾਰੀ ਮੂਰੀ ਹੈ ਨਹੀਂ ਸੀ ਉਹਨੂੰ, ਕਿਉਂਕਿ ਜਿਉਣ ਦੀ ਇੱਛਾ ਖਤਮ ਹੋ ਗਈ। ਉਹਦੀ ਕੋਈ ਇਹੋ ਜਿਹਾ ਉਹਨੂੰ ਸ਼ੌਕ ਲੱਗਿਆ, ਉਹਦੇ ਅੰਦਰ ਜਿਉਣ ਦੀ ਇੱਛਾ ਹੀ ਖਤਮ ਹੋ ਗਈ। ਤਾਂ ਇਹ ਹੁੰਦੀ ਹੈ ਜਿਹੜੀ ਜਿਉਣ ਦੀ ਇੱਛਾ ਕੀ ਹੈ, ਸੰਕਲਪ ਹੈ ਕਿ ਮੈਂ ਜਿਹੋ ਜਿਹੇ ਮਰਜ਼ੀ ਹਾਲਾਤ ਹੋਣ ਮੈਂ ਜਿਉਣਾ, ਚੜ੍ਹਦੀ ਕਲਾ 'ਚ ਰਹਿਣਾ ਤੇ ਰਹਿ ਕੇ ਆਪਣੀ ਜ਼ਿੰਦਗੀ ਨਾਲ, ਮੇਰੀ ਜ਼ਿੰਦਗੀ 'ਚ ਬੜਾ ਕੁਛ ਹੋਰ ਹੈਗਾ। ਦੂਜੇ ਪਾਸੇ ਜੇ ਤੁਹਾਡੇ ਮਨ 'ਚ ਕੋਈ ਨੈਗੇਟਿਵ ਫੋਕਸ ਬਣ ਗਿਆ ਤਾਂ ਉਹ ਉੱਥੇ ਘੁੰਮੀ ਜਾਏਗਾ ਤੇ ਤੁਹਾਨੂੰ ਕਹੀ ਜਾਏਗਾ ਵੀ ਤੂੰ ਮਰੇਗਾ, ਤੂੰ ਨਹੀਂ ਠੀਕ ਹੁੰਦਾ, ਨਹੀਂ ਠੀਕ ਹੁੰਦਾ, ਨਹੀਂ ਠੀਕ। ਹੁਣ ਉਹਦਾ ਜਿਹੜਾ ਮੁਕਾਬਲਾ ਕਰਨ ਲਈ ਤੁਹਾਨੂੰ ਇੱਕ ਸਭ ਕੁਝ ਅਚੇਤਨ ਮਨ 'ਚ ਜਾ ਕੇ ਉਹਦਾ ਉਲਟ ਕਰਨਾ ਪਏਗਾ ਕਿ ਉਹਨੂੰ ਪਛਾਣਨਾ ਪਏਗਾ ਕਿ ਵੀ ਇਹ ਹੋ ਰਿਹਾ। ਪਹਿਲਾਂ ਤਾਂ ਪਛਾਣ ਆ ਜਾਏ ਤੁਹਾਨੂੰ ਵੀ ਇੱਥੇ ਫੋਕਸ ਹੈ, ਆਹ ਚੀਜ਼ ਮੈਨੂੰ ਖਰਾਬ ਕਰ ਰਹੀ ਹੈ। ਫਿਰ ਉਹਦਾ ਪੈਰਲਲ ਖੜਾ ਕਰਨਾ ਵੀ ਇਹ ਮੈਨੂੰ ਇਹ ਕਰ ਰਹੀ ਹੈ, ਨਹੀਂ ਮੈਂ ਤਾਂ ਉਲਟ ਕਰਨਾ। ਪਹਿਲਾਂ ਤਾਂ ਵਿਚਾਰ ਦੇ ਲੈਵਲ ਤੇ ਉਹਨੂੰ ਕ੍ਰੀਏਟ ਕਰਨਾ। ਜੇ ਉਹ ਇਹ ਤੁਹਾਨੂੰ ਵਿਚਾਰ ਦੇ ਰਿਹਾ ਵੀ ਤੂੰ ਮਰੇਗਾ, ਉਹਦਾ ਉਲਟ ਰਹਿਣਾ, ਮੈਂ ਤਾਂ ਜਿਊਂਗਾ, ਜਿਉਣਾ, ਜੀਵਨ ਬਹੁਤ ਸੋਹਣਾ, ਜਿਉਣਾ। ਫਿਰ ਉਹਦੇ ਅੱਗੇ ਸਾਰੀ ਫੀਲਿੰਗਸ ਕ੍ਰੀਏਟ ਕਰਨੀਆਂ ਨੇ ਕਿ ਜਿਉਣਾ ਕਿਉਂ ਹੈ, ਮੇਰੇ ਬੱਚੇ ਹੈ, ਮੇਰੀ ਬੀਵੀ ਹੈ, ਮੈਂ ਨਾਲ ਹੀ ਜਿਉਣਾ, ਮੇਰਾ ਆ ਫਲਾਣਾ ਫੀਲ ਕਰਨਾ ਸ਼ੁਰੂ ਕਰ ਦੇਣਾ ਕਿ ਜਿਉਣਾ ਜਿਹੜਾ ਹੈ ਮੈਂ ਉੱਦਾਂ ਹੀ ਜਿਉਣਾ, ਚੜ੍ਹਦੀ ਕਲਾ 'ਚ ਰਹਿ ਕੇ, ਵਧੀਆ ਰਹਿ ਕੇ। ਔਰ ਉਹਨੂੰ ਉਸ ਵਿਚਾਰ ਨੂੰ ਆਪਣੀ ਫੀਲਿੰਗ ਤੱਕ ਲੈ ਜਾਣਾ, ਪਹਿਲਾਂ ਫੀਲ ਕਰਨਾ ਕਿ ਉੱਦਾਂ ਹੀ ਜਿਉਂ ਰਿਹਾ ਮੈਂ, ਜਿੱਦਾਂ ਕਿ ਸਿਹਤਮੰਦ ਬੰਦੇ ਨੂੰ, ਜਿੱਦਾਂ ਕਿ ਬਹੁਤ ਖੁਸ਼ ਬੰਦੇ ਨੂੰ ਜਿਉਣਾ ਚਾਹੀਦਾ, ਚੜ੍ਹਦੀ ਕਲਾ 'ਚ ਰਹਿ ਕੇ ਉੱਦਾਂ ਹੀ ਬਿਹੇਵ ਕਰਨਾ ਸ਼ੁਰੂ ਕਰ ਦੇਣਾ, ਜ਼ੋਰ ਜ਼ਬਰਦਸਤੀ। ਜਿੱਦਾਂ ਆਪਾਂ ਬਹੁਤ ਵਾਰੀ ਪਹਿਲਾਂ ਗੱਲ ਨਹੀਂ ਕੀਤੀ ਵੀ ਆਪਾਂ ਲਾਫਟਰ ਥੈਰੇਪੀ 'ਚ ਕਰਦੇ ਨੇ ਵੀ ਨਕਲੀ ਹੱਸਣਾ ਸ਼ੁਰੂ ਕਰ ਦਿਓ ਤਾਂ ਉਹ ਲਾਫਟਰ ਥੋੜ੍ਹੀ ਦੇਰ ਬਾਅਦ ਅਸਲੀ ਹੋ ਜਾਂਦਾ। ਨੱਚਣਾ ਸ਼ੁਰੂ ਕਰ ਦਿਓ ਤਾਂ ਤੁਹਾਨੂੰ ਜਿੰਨੇ ਮਰਜ਼ੀ ਉਦਾਸ ਹੋ, ਤੁਹਾਡੇ ਤੇ ਮੂੰਹ 'ਤੇ ਸਮਾਈਲ ਆ ਜਾਂਦੀ ਹੈ। ਇੱਦਾਂ ਹੀ ਇਹ ਹੁੰਦਾ, ਜਦੋਂ ਹੀ ਤੁਸੀਂ ਉਹਦਾ ਉਲਟ ਖੜਾ ਕਰੋਗੇ ਤਾਂ ਜਿਹੜਾ ਉਹ ਜਿਹੜਾ ਚੀਜ਼ ਹੁੰਦੀ ਝੂਠ 'ਤੇ ਆਧਾਰਿਤ ਹੁੰਦੀ ਹੈ, ਜਿਹੜੀ ਤੁਹਾਨੂੰ ਡਰਾ ਰਹੀ ਹੁੰਦੀ ਹੈ, ਉਹ ਝੂਠ ਹੁੰਦਾ, ਅਸਲ ਸੱਚ ਨਹੀਂ ਹੁੰਦਾ। ਸੱਚ ਤਾਂ ਇਹ ਹੈ ਵੀ ਤੁਹਾਡੇ ਅੰਦਰ ਸ਼ਕਤੀ ਆ, ਤੁਹਾਨੂੰ ਉਹ ਪ੍ਰਮਾਤਮਾ ਬੈਠਾ, ਤੁਸੀਂ ਪ੍ਰਮਾਤਮਾ ਦਾ ਹੀ ਰੂਪ ਹੋ, ਤਾਂ ਤੁਹਾਨੂੰ ਇੱਦਾਂ ਥੋੜ੍ਹਾ ਕੋਈ ਡਿਸਟਰਬ ਕਰ ਜਾਏਗਾ, ਲੇਕਿਨ ਉਹ ਕਰ ਰਿਹਾ ਹੁੰਦਾ। ਉਹ ਇੱਕ ਝੂਠ ਹੈ ਨਾ। ਸੱਚ ਕੀ ਹੈ? ਸੱਚ ਇਹ ਹੈ ਕਿ ਤੁਹਾਡੇ ਕੋਲ ਬਹੁਤ ਵੱਡੀ ਸ਼ਕਤੀ ਹੈ, ਉਹ ਤਾਂ ਕੁਝ ਵੀ ਨਹੀਂ ਹੈ। ਜਦੋਂ ਸੱਚ ਖੜਾ ਹੋ ਜਾਏ ਨਾ ਤਾਂ ਝੂਠ ਡਰਨਾ ਸ਼ੁਰੂ ਕਰ ਦਿੰਦਾ ਨਾਲ ਦੀ ਨਾਲ। ਤੁਸੀਂ ਸਮਾਜ 'ਚ ਵੀ ਦੇਖਿਆ ਹੋਣਾ ਕਦੀ, ਉਹ ਜਿੱਡਾ ਮਰਜ਼ੀ ਪਾਵਰਫੁਲ ਬੰਦਾ ਹੋਵੇ, ਝੂਠਾ ਹੋਵੇ, ਸੱਚਾ ਬੰਦਾ ਨਿੱਕਾ ਜਿਹਾ ਵੀ ਹੋਵੇ, ਜੋ ਸੱਚ ਬੋਲ ਦੇਵੇ ਬਹੁਤ ਡਰਦਾ ਉੱਤੋਂ। ਇੱਦਾਂ ਹੀ ਜਿਹੜਾ ਤੁਹਾਡੇ ਦਿਮਾਗ 'ਚ ਝੂਠ ਬੈਠਾ, ਉਹ ਤੁਹਾਡੇ ਅੰਦਰ ਜੋ ਸੱਚ ਕਹੇਗਾ ਨਾ, ਨਹੀਂ ਮੈਂ ਵੀ ਹੈਗਾ, ਜਦ ਤੱਕ ਉਹ ਨਹੀਂ ਬੋਲਦਾ ਤਦ ਤੱਕ ਉਹ ਸ਼ੇਰ ਆ, ਤਦ ਤੱਕ ਉਹ ਨੈਗੇਟਿਵ ਵਿਚਾਰ ਸ਼ੇਰ ਆ। ਉਹ ਕਹੀ ਜੂਗਾ ਤੁਹਾਨੂੰ ਮਰੇਗਾ। ਉਹ ਇੰਨੀ ਜਵਾਰੀ ਬੋਲਦਾ ਹੈ, ਬਾਰ-ਬਾਰ ਬੋਲਦਾ ਕਿ ਤੁਹਾਨੂੰ ਉਹ ਦਬਾ ਕੇ ਰੱਖਦਾ, ਸੱਚ ਨੂੰ ਉੱਠਣ ਨਹੀਂ ਦਿੰਦਾ। ਲੇਕਿਨ ਜੇ ਤੁਸੀਂ ਸੱਚ ਨੂੰ ਖੜਾ ਕਰ ਲਿਆ
ਚਾਹੇ ਨਿੱਕਾ ਜਿਹਾ ਖੜਾ ਕਰ ਲਿਆ, ਫਿਰ ਰੋਜ਼ ਉਹ ਵੱਡਾ ਹੋਏਗਾ ਤੇ ਉਹ ਛੋਟਾ ਹੋਈ ਜਾਏਗਾ। ਉਹ ਅਲਟੀਮੇਟਲੀ ਉਹ ਇੱਕ ਮਿੱਟੀ ਦੇ ਬੁੱਤ ਵਾਂਗੂ ਗਰਜੇਗਾ ਤੇ ਤੁਹਾਡਾ ਸੱਚ ਖੜਾ ਹੋ ਜਾਏਗਾ ਔਰ ਤੁਸੀਂ ਉਹ ਸਮੱਸਿਆ ਤੋਂ ਜਿੱਤ ਜਾਓਗੇ। ਉਹ ਹੈ ਸੰਕਲਪ ਦੀ ਸ਼ਕਤੀ। ਸੰਕਲਪ ਦੇ ਲੈਵਲ ਤੇ ਲੈ ਕੇ ਤੁਸੀਂ ਵੀ ਮੈਂ ਤਾਂ ਜੀਣਾ ਹੀ ਜੀਣਾ, ਐਂ ਜੀਣਾ ਤੇ ਉੱਦਾਂ ਹੀ ਜੀਣਾ ਸ਼ੁਰੂ ਕਰ ਦੇਣਾ। ਸੋ ਕੀ ਕਰਨਾ ਹੈ, ਪਹਿਲਾਂ ਵਿਚਾਰ, ਫਿਰ ਭਾਵਨਾ, ਫਿਰ ਉੱਦਾਂ ਹੀ ਬਿਹੇਵ ਕਰਨਾ, ਉੱਦਾਂ ਹੀ ਆਪਣਾ ਬੋਲ ਚਾਲ, ਆਪਣਾ ਰਹਿਣ ਸਹਿਣ, ਆਪਣੀ ਸਮਾਈਲ, ਆਪਣੀ ਬਾਡੀ ਲੈਂਗੁਏਜ, ਉਹਦੇ ਹਿਸਾਬ ਨਾਲ ਫਿਰ ਢਾਲਣ ਦੀ ਕੋਸ਼ਿਸ਼ ਕਰਨੀ ਹੈ। ਤੁਸੀਂ ਪਾਓਗੇ ਕਿ ਥੋੜ੍ਹੇ ਦਿਨਾਂ 'ਚ ਹੀ ਸਮੱਸਿਆ ਜਿਹੜੀ ਆ ਉਹ ਹੱਲ ਹੋ ਜਾਂਦੀ ਆ ਔਰ ਤੁਸੀਂ ਜਿਹੜੀ ਵੱਡੀ ਤੋਂ ਵੱਡੀ ਬਿਮਾਰੀ ਹੋਵੇ ਠੀਕ ਹੋਣੀ ਸ਼ੁਰੂ ਹੋ ਜਾਂਦੀ ਹੈ ਔਰ ਵੱਡੀ ਤੋਂ ਵੱਡੀ ਸਮਾਜਿਕ ਸਮੱਸਿਆ ਹੋਵੇ ਉਹ ਹੱਲ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹ ਹੈ ਪਾਵਰ ਆਫ ਅਫਰਮੇਸ਼ਨ, ਸੰਕਲਪ ਦੀ ਸ਼ਕਤੀ, ਵਿਚਾਰ ਦੀ ਸ਼ਕਤੀ। ਸੋ ਵਿਚਾਰ ਬਹੁਤ ਹੀ ਪਾਵਰਫੁਲ ਹੁੰਦੇ ਆ, ਬੜੇ ਸ਼ਕਤੀਸ਼ਾਲੀ ਹੁੰਦੇ ਆ। ਸਿਰਫ ਜਿਹੜੇ ਸਾਡੇ ਅੰਦਰ ਜਿਹੜਾ ਝੂਠ ਦਾ ਵਿਚਾਰ ਖੜਾ ਕਰ ਲੈਂਦੇ ਅਸੀਂ, ਉਹ ਉਦੋਂ ਹੀ ਖੜਾ ਹੁੰਦਾ ਜਦੋਂ ਇੱਕ ਤਾਂ ਜਿਹੜਾ ਪਰਦਾ ਤੁਸੀਂ ਮੈਂ ਦਾ ਖੜਾ ਕਰ ਰੱਖਿਆ, ਇੱਕ ਕਿਤੇ ਨਾ ਕਿਤੇ ਉਹ ਜਦੋਂ ਮੈਂ ਦਾ ਪਰਦਾ ਹੁੰਦਾ ਤੇ ਫਿਰ ਤੁਸੀਂ ਉਹ ਆਪਣੇ ਆਪ ਨੂੰ ਪਛਾਣਦੇ ਨਹੀਂ ਕਿ ਤੁਸੀਂ ਕਿੰਨੇ ਕੁ ਪਾਵਰਫੁਲ ਹੋ। ਫਿਰ ਤੁਸੀਂ ਤੁਹਾਨੂੰ ਕੋਈ ਮਾੜਾ ਜਿਹਾ ਵਿਚਾਰ ਡਰਾ ਦਿੰਦਾ ਤੇ ਫਿਰ ਡਰ ਜਾਂਦੇ ਹੋ ਤੁਸੀਂ, ਕਿਉਂਕਿ ਤੁਸੀਂ ਆਪਣੀ ਸ਼ਕਤੀ ਨੂੰ ਪਛਾਣ ਨਹੀਂ ਰਹੇ ਹੁੰਦੇ ਕਿ ਤੁਸੀਂ ਕੀ ਹੋ। ਕਿਉਂ? ਕਿਉਂਕਿ ਤੁਸੀਂ ਆਪਣੇ ਆਪ ਕੋਈ ਬੇਵਕੂਫੀ ਪਹਿਲਾਂ ਕੀਤੀ ਕਿ ਤੁਸੀਂ ਆਪਣੇ ਆਪ ਨੂੰ ਅੱਡ ਕਰ ਲਿਆ ਹੋਇਆ, ਤੁਸੀਂ ਆਪਣੇ ਨੂੰ ਇਕੱਲਾ ਕਰ ਲਿਆ ਹੋਇਆ। ਤੁਸੀਂ ਡਰੋਗੇ ਜਦੋਂ ਕਿ ਤੁਸੀਂ ਇਕੱਲੇ ਨਹੀਂ ਹੋ। ਤੁਹਾਡੇ ਕੋਲੇ ਪ੍ਰਮਾਤਮਾ ਤੋਂ ਲੈ ਕੇ ਅੱਗੇ ਥੱਲੇ ਪੂਰਾ ਢਾਂਚਾ, ਵੀਰਨੈਸ ਦਾ ਢਾਂਚਾ ਖੜਾ, ਜਿਹੜਾ ਤੁਹਾਡੀ ਸਪੋਰਟ 'ਚ ਖੜਾ। ਉਸ ਸ਼ਕਤੀ ਨੂੰ ਤੁਸੀਂ ਪਛਾਣ ਨਹੀਂ ਰਹੇ ਹੁੰਦੇ। ਇਸ ਕਰਕੇ ਨਿੱਕੇ ਜਿਹੇ ਝੂਠ ਤੋਂ ਡਰ ਜਾਂਦੇ ਆਪਾਂ। ਜਦੋਂ ਡਰਦੇ ਹਾਂ ਤਾਂ ਫਿਰ ਬਹੁਤ ਜ਼ਿਆਦਾ ਡਰਦੇ ਹਾਂ ਤੇ ਡਰ ਕੇ ਫਿਰ ਉਹ ਜਿਹੜਾ ਉਹਦਾ ਨੁਕਸਾਨ ਹੁੰਦਾ, ਚਾਹੇ ਉਹ ਸਿਹਤ ਦੀ ਸ਼ਕਲ 'ਚ ਹੈ, ਚਾਹੇ ਉਹ ਸਮਾਜਿਕ ਸਮੱਸਿਆਵਾਂ ਦੀ ਸ਼ਕਲ 'ਚ ਹੈ, ਚਾਹੇ ਕਿਸੇ ਵੀ ਸ਼ਕਲ 'ਚ ਹੋਵੇ, ਉਹ ਸਾਡੇ ਲਈ ਸਮੱਸਿਆਵਾਂ ਖੜੀਆਂ ਕਰਦਾ। ਡਾਕਟਰ ਸਾਹਿਬ, ਤੁਸੀਂ ਇੱਕ ਗੱਲ ਕੀਤੀ ਹੈ ਕਿ ਵਿਚਾਰਾਂ ਦੇ ਨਾਲ ਅਸੀਂ ਜੇਕਰ ਪੋਜ਼ਿਟਿਵ ਵਿਚਾਰ, ਸਕਾਰਾਤਮਕ ਵਿਚਾਰ ਨੂੰ ਜਿਹੜਾ ਉਹ ਪੱਕਾ ਕਰ ਲੈਂਦੇ ਹਾਂ ਤੇ ਫਿਰ ਉਹ ਸਾਨੂੰ ਜਿਹੜੇ ਜੀਵਨ ਦੀ ਸ਼ਕਤੀ ਦਿੰਦਾ। ਤੇ ਜੇਕਰ ਨਕਾਰਾਤਮਕ ਵਿਚਾਰ ਸਾਡੇ ਤੇ ਹਾਵੀ ਹੋ ਜਾਣ ਤੇ ਫਿਰ ਸਾਨੂੰ ਉਹ ਮੌਤ ਵੱਲ ਲੈ ਜਾਂਦਾ, ਸਾਡੇ ਉਹ ਖਾਤਮੇ ਵੱਲ ਲੈ ਜਾਂਦਾ। ਪਰ ਸਵਾਲ ਇੱਥੇ ਪੈਦਾ ਹੁੰਦਾ ਕਿ ਇਨਸਾਨ ਆਪਣੇ ਆਪ ਜਿੰਨਾ ਮਰਜ਼ੀ ਆਪਣੇ ਸੰਕਲਪ ਦੀ ਸ਼ਕਤੀ ਨੂੰ ਵਧਾ ਕੇ ਆਪਣੇ ਅੰਦਰ ਜਿਉਣ ਸ਼ਕਤੀ ਪੈਦਾ ਕਰ ਲੈਂਦਾ, ਪਰ ਬਹੁਤ ਵਾਰੀ ਅਜਿਹਾ ਹੁੰਦਾ ਕਿ ਆਪਣੇ ਵੱਲੋਂ ਪੈਦਾ ਕੀਤੀ ਸ਼ਕਤੀ ਨੂੰ ਜਿੰਨਾ ਮਰਜ਼ੀ ਆਪਾਂ ਵਧਾ ਲਈਏ, ਪਰ ਆਪਣਾ ਆਲਾ ਦੁਆਲਾ, ਆਪਣਾ ਪਰਿਵਾਰ, ਆਪਣੇ ਮਿਲਣ ਗਿਲਣ ਵਾਲੇ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਨੇ ਜਿਹੜੇ ਨੈਗੇਟਿਵ ਵਿਚਾਰਾਂ ਵਾਲੇ ਹੁੰਦੇ ਨੇ। ਉਹ ਨੈਗੇਟਿਵ ਵਿਚਾਰ ਜਦੋਂ ਆਪਣੇ ਆਲੇ ਦੁਆਲੇ ਘੁੰਮੀ ਜਾਂਦੇ ਨੇ, ਜਿਨ੍ਹਾਂ ਤੋਂ ਆਪਾਂ ਪਿੱਛਾ ਨਹੀਂ ਛੁਡਾ ਸਕਦੇ, ਜਿਹੜੇ ਆਪਣੀ ਮਜਬੂਰੀ ਹੁੰਦੇ ਨੇ, ਉਸ ਹਾਲਾਤ ਦੇ ਵਿੱਚ ਜਿਉਣ ਦੀ ਸ਼ਕਤੀ ਨੂੰ, ਸੰਕਲਪ ਨੂੰ ਮਜ਼ਬੂਤ ਕਰਕੇ ਵੀ ਕਿੱਦਾਂ ਜਿਉਂਦਾ ਰਹਿ ਸਕਦਾ, ਕਿੱਦਾਂ ਅਸੀਂ ਆਪਣੀ ਸਮੱਸਿਆਵਾਂ 'ਤੇ ਜਿੱਤ ਪਾ ਸਕਦੇ ਹਾਂ? ਉਹ ਕੁਲਵੰਤ ਜੀ ਉਦੋਂ ਸਮੱਸਿਆ ਖੜੀ ਹੋਏਗੀ ਜੇ ਆਪਾਂ ਚੀਜ਼ ਨੂੰ, ਗੱਲ ਨੂੰ ਪਹਿਲਾਂ ਕੈਚ ਨਹੀਂ ਕਰ ਸਕੇ। ਕਿਉਂਕਿ ਇਹਨੂੰ ਜਦੋਂ ਇਹਦੀ ਤਾਕਤ ਕਿਹਨੇ ਬਣਨਾ? ਤੁਹਾਡੇ ਅਚੇਤਨ ਮਨ ਨੇ ਬਣਨਾ। ਜੇ ਤੁਸੀਂ ਉਸ ਵਿਚਾਰ ਨੂੰ ਜਾਂ ਉਸ ਅਫਰਮੇਸ਼ਨ ਨੂੰ, ਉਸ ਸੰਕਲਪ ਨੂੰ ਆਪਣੇ ਚੇਤਨ ਮਨ ਤੱਕ ਨਹੀਂ ਪਲਾਂਟ ਕਰ ਸਕੇ, ਫਿਰ ਇਹ ਨਹੀਂ ਉੱਗੇਗਾ ਬੂਟਾ। ਫਿਰ ਤੁਸੀਂ ਡਰੀ ਜਾਓਗੇ, ਡਰਾਉਣ ਵਾਲੇ ਤੁਹਾਨੂੰ ਡਰਾਈ ਜਾਣਗੇ, ਤੁਸੀਂ ਡਰੀ ਜਾਓਗੇ। ਇਹਦਾ ਬਹੁਤ ਜ਼ਰੂਰੀ ਹੈ ਕਿ ਇਹਨੂੰ ਅਚੇਤਨ ਮਨ 'ਚ ਪਲਾਂਟ ਕਰਨਾ। ਉਹ ਫਰਟਾਈਲ ਗਰਾਊਂਡ ਹੈ। ਚੇਤਨ ਮਨ ਫਰਟਾਈਲ ਗਰਾਊਂਡ ਨਹੀਂ ਹੈ। ਚੇਤਨ ਤਾਂ ਇੱਕ ਮਾਰੂਥਲ ਹੈ। ਚੇਤਨ ਨੇ ਤਾਂ ਆਪਣਾ ਗੰਦ ਪਾਈ ਜਾਣਾ, ਕੁਛ ਨਾ ਕੁਛ ਇੱਧਰੋਂ ਉੱਧਰੋਂ ਲੈ ਕੇ, ਜੋ ਉਹਦੇ ਜਿੱਦਾਂ ਦੀ ਫੀਡਬੈਕ ਹੋਊਗੀ ਉਹੋ ਜਿਹਾ ਚੇਤਨ ਮਨ ਹੁੰਦਾ। ਜਿਹਦਾ ਅਚੇਤਨ ਮਨ ਜਿਹੜਾ ਹੈ ਉਹ ਜਾਗਰਤ ਨਹੀਂ ਹੈ ਪੂਰਾ, ਉਹ ਚੇਤਨ ਮਨ ਤੋਂ ਹੀ ਸਾਰਾ ਕੁਝ ਲੈ ਰਿਹਾ। ਅੱਜ ਦਾ ਮਨੁੱਖ ਇੱਦਾਂ ਦਾ ਕਿ ਉਹ ਅਚੇਤਨ ਮਨ ਬਾਰੇ ਨਾਲ ਜੁੜਦਾ ਹੀ ਨਹੀਂ ਹੈ। ਅਚੇਤਨ ਮਨ ਧੱਕੇ ਨਾਲ ਜਿੱਥੇ ਕਿਤੇ ਮਾੜਾ ਮੋਟਾ ਉਹਨੂੰ ਕਿਤੇ ਸਿੱਧੇ ਰਾਹ ਪਾ ਦਿੰਦਾ ਧੱਕੇ ਨਾਲ, ਲੇਕਿਨ ਉਹ ਆਪਣੀ ਦੁਨੀਆ 'ਚ ਜਿਉਂਦਾ। ਉਹ ਖਲਾਰਾ ਜਿਹਾ ਪਾ ਕੇ ਰੱਖਦਾ, ਮੈਂ ਦਾ ਤੇ ਮੇਰਾ ਤੇ ਅੱਡ ਥਾਵਾਂ 'ਤੇ ਕੋਈ ਕੁਰਸੀ ਦਾ ਘਮੰਡ, ਕਿਸੇ ਨੂੰ ਪੈਸੇ ਦਾ ਘਮੰਡ, ਕਿਸੇ ਨੂੰ ਸੋਹਣੇ ਹੋਣ ਦਾ ਘਮੰਡ, ਕਿਸੇ ਨੂੰ ਅੱਡ ਘਮੰਡ ਪਾਲ ਰੱਖੇ ਆਪਾਂ ਨੇ। ਤਾਂ ਅਸਲ 'ਚ ਜਿਹੜਾ ਚੇਤਨ ਮਨ ਹੁੰਦਾ ਉਹ ਇੱਕ ਬੜੀ ਮਾਰੂਥਲ ਵਰਗੀ ਜ਼ਮੀਨ ਹੈ, ਜਿੱਥੇ ਕੋਈ ਸੋਹਣਾ ਬੂਟਾ ਨਹੀਂ ਉੱਗਦਾ, ਉੱਥੇ ਇਹੋ ਜਿਹੀ ਗੰਦਮੰਦ ਉੱਗਦਾ। ਜੇ ਤੁਸੀਂ ਅਚੇਤਨ ਮਨ 'ਚ ਚਲੇ ਜਾਓਗੇ, ਅਚੇਤਨ ਮਨ ਇੱਕ ਉਹ ਫਰਟਾਈਲ ਗਰਾਊਂਡ ਹੈ ਜਿੱਥੇ ਕਿ ਪਵਿੱਤਰ ਵਿਚਾਰ ਅਤੇ ਪੋਜ਼ੀਟਿਵ ਵਿਚਾਰ ਹੀ ਉੱਗਦੇ ਆ, ਉਹ ਬੂਟਾ ਬਣਦੇ ਆ। ਸੋ ਚੇਤਨ ਤੋਂ ਅਚੇਤਨ ਮਨ 'ਚ ਜਾਣ ਦੀ ਕਲਾ ਜਿਹੜੀ ਹੈ ਉਹ ਮੈਡੀਟੇਸ਼ਨ ਹੈ। ਉਹ ਇਹ ਜਿਹੜੀ ਪਲਾਂਟ ਕਰਨਾ ਵਿਚਾਰ, ਜੇ ਤੁਸੀਂ ਮੈਡੀਟੇਸ਼ਨ ਕਰੋਗੇ ਉਹ ਇੰਨੇ ਸਟਰੋਂਗ ਹੋਣਗੇ, ਤੁਹਾਨੂੰ ਕੋਈ ਨਹੀਂ ਡਰਾ ਸਕਦਾ। ਕੋਈ ਜਿੰਨਾ ਮਰਜ਼ੀ ਆਸੇ ਪਾਸੇ ਕੋਸ਼ਿਸ਼ ਕਰ ਲਵੇ, ਤੁਹਾਨੂੰ ਅੰਦਰੋਂ ਹੀ ਆਵਾਜ਼ ਆ ਜਾਏਗੀ, ਡਟੇ ਰਹੋ। ਚਲੋ ਆਪਾਂ ਇਹਨੂੰ ਥੋੜ੍ਹਾ ਜਿਹਾ ਮੋਡੀਫਾਈ ਕਰ ਲੈਂਦੇ ਹਾਂ ਮੇਰੇ ਸਵਾਲ ਨੂੰ। ਬੰਦਾ ਇੱਕ ਬਹੁਤ ਜ਼ਿਆਦਾ ਨੈਗੇਟਿਵ ਹੋਇਆ ਪਿਆ, ਬਹੁਤ ਜ਼ਿਆਦਾ ਉਹ ਬੰਦਾ ਜਿਹੜਾ ਸਮੱਸਿਆਵਾਂ ਦੇ ਵਿੱਚ ਘਿਰਿਆ ਹੋਇਆ, ਅਤੇ ਉਹ ਨਿਕਲਣਾ ਚਾਹੁੰਦਾ,
ਉਹਦੇ ਵਿੱਚ ਆਪਣੇ ਆਲਾ ਦੁਆਲਾ, ਆਪਣੇ ਦੋਸਤ ਮਿੱਤਰ, ਆਪਣੇ ਰਿਸ਼ਤੇਦਾਰ ਕੀ ਰੋਲ ਅਦਾ ਕਰ ਸਕਦੇ? ਹਾਂ, ਉਹਦੇ ਜੇ ਬੜੀ ਵਧੀਆ ਸਵਾਲ ਹੈ ਤੁਹਾਡਾ। ਉਹਨੂੰ ਅੱਜ ਕੱਲ੍ਹ ਨਾ ਗਾਈਡਡ ਮੈਡੀਟੇਸ਼ਨ ਕਹਿੰਦੇ ਆ। ਜੋ ਬੰਦਾ ਆਪ ਨਹੀਂ ਕਰ ਸਕਦਾ, ਫਿਰ ਉਹਨੂੰ ਕੋਈ ਟੀਚਰ ਚਾਹੀਦਾ। ਉਹ ਤਾਂ ਹੀ ਜਿਹੜੇ ਮੈਡੀਟੇਸ਼ਨ ਦੇ ਗੁਰੂ, ਤਾਂ ਹੀ ਗੁਰੂਆਂ ਕੋਲ ਜਾਂਦੇ ਆ ਨਾ ਆਪਾਂ, ਪਵਿੱਤਰ ਧਾਰਮਿਕ ਸਥਾਨ 'ਤੇ ਜਾਂਦੇ ਆ, ਗੁਰੂਆਂ ਕੋਲ ਜਾਂਦੇ। ਅੱਜ ਕੱਲ੍ਹ ਤੁਸੀਂ ਦੇਖੇ ਕਿੰਨੇ ਮੈਡੀਟੇਸ਼ਨ ਕੈਂਪ ਲੱਗਦੇ ਆ, ਉਹ ਸਾਰੇ ਇਸੇ ਕੰਮ ਲਈ ਨੇ। ਇਸੇ ਕਰਕੇ ਉਹ ਨੇ ਕਿ ਸਾਡੇ ਕਈ ਵਾਰੀ ਸਾਨੂੰ ਇਹ ਗੱਲ, ਇਕੱਲਾ ਵਿਅਕਤੀ ਇਹਨਾਂ ਪਾਵਰਫੁਲ ਨਹੀਂ ਹੁੰਦਾ ਕਿ ਉਹ ਇਹ ਸਾਨੂੰ ਕਰ ਸਕੇ। ਫਿਰ ਗਰੁੱਪ ਮੈਡੀਟੇਸ਼ਨ ਜਿਹੜੀ ਹੈ, ਜਿੱਥੇ ਜਾ ਕੇ ਕੋਈ ਮੈਡੀਟੇਸ਼ਨ ਦਾ ਸਥਾਨ ਹੈ ਉੱਥੇ ਚਲੇ ਜਾਓ, ਕੋਈ ਪਵਿੱਤਰ ਜਿੱਥੇ ਤੁਹਾਡੀ ਮਾਨਤਾ ਉੱਥੇ ਚਲੇ ਜਾਓ, ਜਾਂ ਗਾਈਡਡ ਮੈਡੀਟੇਸ਼ਨ ਅੱਜ ਕੱਲ੍ਹ ਅਵੇਲੇਬਲ ਹੈਗੀਆਂ ਨੇ, ਈਵਨ ਆਨਲਾਈਨ ਹੈਗੀਆਂ ਨੇ। ਉਹ ਬੰਦੇ ਗਾਈਡ ਕਰਦੇ ਆ ਤੁਹਾਨੂੰ, ਤਾਂ ਉਹ ਫਿਰ ਉਹ ਹੈਲਪ ਲਈ ਜਾ ਸਕਦੀ ਹੈ, ਕਿਸੇ ਟੀਚਰ ਦੀ ਹੈਲਪ ਲਈ ਜਾ ਸਕਦੀ ਹੈ, ਕਿਸੇ ਗੁਰੂ ਦੀ ਹੈਲਪ ਲਈ ਜਾ ਸਕਦੀ ਹੈ। ਉਹ ਮੇਰੇ ਖਿਆਲ ਬਹੁਤ ਕਾਮਯਾਬ ਹੁੰਦੀ ਹੈ। ਔਰ ਮੈਂ ਦੇਖਿਆ ਬਹੁਤ ਲੋਕ ਜਿਹੜੇ ਨੇ ਉਹ ਰੈਗੂਲਰਲੀ ਜਾਂਦੇ ਆ। ਬਹੁਤ ਸਾਰੇ ਸੈਕਟ ਬਣੇ ਹੋਏ, ਜਿਵੇਂ ਓਸ਼ੋ ਵਾਲੇ ਆਪਣੇ ਸੈਕਟ ਹੈ, ਆਰਟ ਆਫ ਲਿਵਿੰਗ ਵਾਲਿਆਂ ਦਾ ਆਪਣਾ ਹੈ, ਪਤੰਜਲੀ ਯੋਗ ਵਾਲਿਆਂ ਦਾ, ਇਹਨਾਂ ਦਾ ਆਪਣਾ ਬਣਾਇਆ ਹੋਇਆ। ਇਹ ਸੈਕਟ ਅਲੱਗ-ਅਲੱਗ ਬਣੇ ਹੋਏ ਆ, ਜਿਹੜੇ ਆਪੋ ਆਪਣੇ ਢੰਗ ਨਾਲ ਜਿਹੜੀ ਕੋਸ਼ਿਸ਼ ਕਰਦੇ ਆ ਆਪਣੇ ਜਿਹੜੇ ਸਾਧਕਾਂ ਨੂੰ ਸਿੱਧੇ ਰਸਤੇ ਪਾਉਣ ਦੀ। ਤਾਂ ਫਿਰ ਉਹਨਾਂ ਦੀ ਹੈਲਪ ਵੀ ਲਈ ਜਾ ਸਕਦੀ ਹੈ, ਜੇ ਦੂਜੇ ਨਾ ਕੋਈ ਬੰਦਾ ਹੱਲ ਕਰ ਸਕੇਗਾ। ਕੀ ਪਰਿਵਾਰ ਜਿਹੜਾ ਉਹ ਇਸ ਮਾਮਲੇ ਦੇ ਵਿੱਚ ਹੈਲਪ ਕਰ ਸਕਦਾ ਕਿ ਕੋਈ ਵੀ ਨੈਗੇਟਿਵ ਵਿਚਾਰ ਵਾਲਾ ਬੰਦਾ ਇਸ ਸਮੱਸਿਆ 'ਚ ਘਿਰੇ ਹੋਏ ਬੰਦੇ ਦੇ ਕੋਲ ਨਾ ਜਾਵੇ, ਇਹਦੇ ਕੋਲ ਉਹ ਨੈਗੇਟਿਵ ਵਿਚਾਰ ਨਾ ਆਉਣ ਦਿੱਤੇ ਜਾਣ? ਜੇਕਰ ਇਹ ਨੈਗੇਟਿਵ ਵਿਚਾਰ ਦੀ ਗੱਲ ਕਰ ਰਿਹਾ, ਇਹ ਪੋਜ਼ਿਟਿਵ 'ਚ ਆਉਣਾ ਚਾਹੁੰਦਾ, ਤੇ ਇਹਦੇ ਸਾਹਮਣੇ ਪੋਜ਼ਿਟਿਵ ਵਿਚਾਰ ਰੱਖੇ ਜਾਣ, ਪੋਜ਼ਿਟਿਵ ਉਦਾਹਰਨਾਂ ਦਿੱਤੀਆਂ ਜਾਣ, ਨੈਗੇਟਿਵ ਉਦਾਹਰਨਾਂ ਨੂੰ ਵਿੱਚੋਂ ਕੱਢ ਕੇ ਇਹਨਾਂ 'ਚੋਂ ਮਾਈਨਸ ਕੀਤਾ ਜਾਵੇ, ਉਹਦੀ ਮਦਦ ਕੀਤੀ। ਬਿਲਕੁਲ ਸਹੀ ਕਿਹਾ ਤੁਸੀਂ। ਬੜੀ ਸੋਹਣੀ ਗੱਲ ਤੁਸੀਂ ਕੈਚ ਕੀਤੀ ਹੈ ਕਿ ਪਰਿਵਾਰ ਸਭ ਤੋਂ ਵੱਡਾ ਗੁਰੂ ਹੁੰਦਾ। ਸਾਡੇ ਪੁਰਾਣੇ ਪਰਿਵਾਰ ਕਿਉਂ ਡਿਸਟਰਬ ਨਹੀਂ ਸੀ ਹੁੰਦੇ? ਕਿਉਂਕਿ ਉਹ ਜਿਹੜੀ ਸਿਆਣਪ ਸਾਡੀ ਸੀਗੀ, ਬਜ਼ੁਰਗਾਂ ਤੋਂ ਪੀੜ੍ਹੀ ਦਰ ਪੀੜ੍ਹੀ ਚੱਲਦੀ ਸੀਗੀ। ਤੇ ਸਾਡੇ ਬਜ਼ੁਰਗ ਬਹੁਤ ਮੈਚਿਓਰ ਹੁੰਦੇ ਸੀਗੇ। ਉਹਨੂੰ ਪਤਾ ਹੁੰਦਾ ਸੀ ਕਿ ਮੈਂ ਆਪਣੇ ਪੁੱਤਰ ਨੂੰ, ਆਪਣੇ ਪਰਿਵਾਰ ਨੂੰ ਕਿਵੇਂ ਸਾਂਭ ਕੇ ਰੱਖਣਾ, ਔਰ ਉਹਨਾਂ ਦੀ ਸਿਆਣਪ ਜਿਹੜੀ ਸੀ ਪੀੜ੍ਹੀ ਦਰ ਪੀੜ੍ਹੀ ਆਉਂਦੀ ਸੀ। ਅੱਜ ਸਾਡੀ ਤਰਾਸਦੀ ਇਹ ਹੋ ਗਈ ਕਿ ਸਾਡੀ ਜਿਹੜੀ ਪੀੜ੍ਹੀ ਦਰ ਪੀੜ੍ਹੀ ਸਿਆਣਪ ਸੀਗੀ, ਉਹ ਕਿਤੇ ਆਸੇ-ਪਾਸੇ ਇੰਨਾ ਬੰਬਾਰਡਮੈਂਟ ਇੰਨੀ ਹੈ, ਮੀਡੀਆ ਦੀ, ਰੇਡੀਓ ਦੀ, ਵਟਸਐਪ ਦੀ, ਉਹ ਬੰਬਾਰਡਮੈਂਟ ਜਿਹੜੀ ਹੈ ਉਹ ਨੈਗੇਟਿਵ ਹੈ ਸਾਰੀ। ਕਿਉਂਕਿ ਕਮਰਸ ਹੈ, ਉਹ ਧੰਦੇਬਾਜ਼ੀ ਹੈ, ਉਹ ਕੁਝ ਵੇਚਣਾ ਉਹਨਾਂ ਨੇ, ਉਹ ਧੰਦੇਬਾਜ਼ੀ ਦੇ ਕਰਕੇ ਉਹ ਬੰਬਾਰਡਮੈਂਟ ਇੰਨੀ ਜ਼ਿਆਦਾ ਹੋ ਰਹੀ ਹੈ ਕਿ ਤੁਹਾਡੀ ਜਿਹੜੀ ਰਵਾਇਤੀ ਜਿਹੜੇ ਸਾਡੀ ਵਿਜ਼ਡਮ ਸੀਗੀ ਪਰਿਵਾਰਾਂ ਦੀ, ਉਹ ਕਿਤੇ ਨਾ ਕਿਤੇ ਕਮਜ਼ੋਰ ਪੈ ਗਈ ਲੱਗਦੀ ਹੈ। ਅਤੇ ਇਹ ਬਿਲਕੁਲ ਸਹੀ ਕਿਹਾ ਤੁਸੀਂ। ਜੇਕਰ ਪਰਿਵਾਰ ਦੇ ਅੰਦਰ ਇਹੋ ਜਿਹੇ ਕੋਈ ਮੈਂਬਰ ਹੈਗੇ ਆ ਤਾਂ ਉਹਨੂੰ ਜ਼ਰੂਰ ਕਰਦੇ ਵੀ ਨੇ ਪਰਿਵਾਰ ਦੇ ਅੰਦਰ ਕੋਈ ਵਿਅਕਤੀ ਇੱਦਾਂ ਅਗਰ ਡਿਸਟਰਬ ਹੋ ਜਾਂਦਾ, ਬਿਮਾਰ ਹੋ ਜਾਂਦਾ, ਅਤੇ ਅਸੀਂ ਖੁਸ਼ਕਿਸਮਤ ਹਾਂ ਕਿ ਅਜੇ ਵੀ ਸਾਡੇ ਪਰਿਵਾਰਾਂ ਦੇ ਅੰਦਰ ਰਵਾਇਤ ਹੈਗੀ ਹੈ ਕਿ ਅਸੀਂ ਉਹਦਾ ਧਿਆਨ ਕਰਦੇ ਹਾਂ, ਚਾਹੇ ਉਹ ਮਾਨਸਿਕ ਤੌਰ 'ਤੇ ਬਿਮਾਰ ਹੋਵੇ, ਚਾਹੇ ਉਹ ਸਰੀਰਕ ਤੌਰ 'ਤੇ ਬਿਮਾਰ ਹੋਵੇ। ਜਿੱਥੇ ਦਵਾਈ ਬੂਟੀ ਦਵਾਉਂਦੇ ਆ, ਉੱਥੇ ਉਹਦਾ ਸਿਰ ਘੁੱਟਣਾ, ਲੱਤਾਂ ਘੁੱਟਣੀਆਂ, ਕੋਲੇ ਬੈਠਣਾ, ਗੱਲਾਂ ਕਰਨੀਆਂ। ਸਾਡੇ ਅੱਜ ਵੀ ਤੁਸੀਂ ਪਾਓਗੇ ਕਿ ਜਦੋਂ ਬਿਮਾਰ ਹੁੰਦਾ ਤਾਂ ਸਾਡੇ ਆਉਣ ਜਾਣ ਦਾ ਰਿਵਾਜ ਅੱਜ ਵੀ ਨਹੀਂ ਖਤਮ ਹੋਇਆ। ਹਾਲਾਂਕਿ ਹੁਣ ਲੋਕ ਇਹਨੂੰ ਥੋੜ੍ਹਾ ਜਿਹਾ ਨੈਗੇਟਿਵਲੀ ਲੈਣ ਲੱਗ ਗਏ ਆ, ਵੀ ਕਿਉਂਕਿ ਨੈਗੇਟਿਵਲੀ ਇਸ ਕਰਕੇ ਲੈਣ ਲੱਗੇ ਵੀ ਦਿਖਾਵਾ ਬਹੁਤ ਕਰਦੇ ਆ ਲੋਕ, ਵੀ ਜਾਓਗੇ ਤੁਸੀਂ ਫਾਰਮੈਲਿਟੀ ਕਰੋਗੇ, ਚਾਹ ਵੀ ਪੀਓਗੇ, ਆਹ ਵੀ ਪੀਓਗੇ, ਆਹ ਵੀ ਪੀਓਗੇ। ਲੇਕਿਨ ਪੁਰਾਣੇ ਜ਼ਮਾਨੇ 'ਚ ਲੋਕ ਕੀ ਹੁੰਦੇ ਸੀਗੇ, ਜੇ ਘਰ ਕੋਈ ਬਿਮਾਰ ਹੋਇਆ ਤਾਂ 5-4 ਬੰਦੇ ਨਾਲ ਉਹਦੇ ਸਾਹਮਣੇ ਬੈਠੇ ਰਹਿਣਾ, ਗੱਲਾਂ ਕਰੀ ਜਾਣੀਆਂ ਨੇ। ਤਾਂ ਉਹ ਸੀਗਾ ਵਰਤਾਰਾ। ਬਿਲਕੁਲ ਸਹੀ ਕਿਹਾ ਤੁਸੀਂ। ਅਤੇ ਪਰਿਵਾਰ ਦਾ ਸਭ ਤੋਂ ਵੱਡਾ ਪਹਿਲਾ ਰੋਲ ਮੈਂ ਸਮਝਦਾ ਕਿ ਪਰਿਵਾਰ ਦਾ ਹੀ ਹੈ। ਜਿਹੜੀ ਕਾਉਂਸਲਿੰਗ ਕਰਨ ਦਾ, ਆਪਾਂ ਕਾਉਂਸਲਿੰਗ ਕਹਿ ਸਕਦੇ ਹਾਂ, ਕਾਉਂਸਲਿੰਗ ਕਰਨ ਦਾ ਜਾਂ ਗਾਈਡ ਕਰਨ ਦਾ ਜਿਹੜਾ ਰੋਲ ਹੈ, ਸਭ ਤੋਂ ਪਹਿਲਾਂ ਪਰਿਵਾਰ ਦਾ ਹੀ ਹੁੰਦਾ। ਉਸ ਤੋਂ ਬਾਅਦ ਉਹਦੇ ਦੋਸਤਾਂ ਮਿੱਤਰਾਂ ਦਾ ਹੁੰਦਾ, ਉਹਦੇ ਕੁਲੀਗਸ ਦਾ ਹੁੰਦਾ, ਜਾਂਡੀਆਂ ਗੁਆਂਢੀਆਂ ਦਾ ਹੁੰਦਾ। ਤਾਂ ਉਹ ਜਿਹੜਾ ਸਮਾਜ ਹੈ, ਸਮਾਜ ਕਹਿ ਲਓ ਉਹਨੂੰ ਆਪਾਂ ਬਰੋਡਲੀ, ਸਮਾਜ ਆਪਣੇ ਤੌਰ 'ਤੇ ਵੀ ਉਹਨੂੰ ਡੀਲ ਕਰ ਸਕਦਾ। ਲੇਕਿਨ ਜਿਹੜੀ ਸਾਡੀ ਬਦਕਿਸਮਤੀ ਹੈ ਕਿ ਜਿਹੜੀਆਂ ਸਾਡੀ ਸਟੇਟਸ ਨੇ, ਸਾਡੀਆਂ ਸਰਕਾਰਾਂ ਨੇ, ਉਹ ਕਿਉਂਕਿ ਧੰਦੇਬਾਜ਼ਾਂ ਦੇ ਨਾਲ ਜ਼ਿਆਦਾ ਤਾਲਮੇਲ ਹੋ ਗਿਆ ਉਹਨਾਂ ਦਾ। ਤਾਂ ਉਹ ਧੰਦੇਬਾਜ਼ੀ ਵਾਲਾ ਜਿਹੜਾ ਸਾਰਾ ਜਿਹੜਾ ਜੁਗਾੜ ਹੈ, ਉਹਦੇ ਵਿੱਚ ਜਿਹੜਾ ਉਹ ਆਪਣੇ ਵੇਚਣ ਵਾਸਤੇ ਉਹ ਬੜਾ ਕੁਛ ਜਿਹੜਾ ਝੂਠ ਤੂਫਾਨ ਬੋਲਦੇ ਆ, ਉਹਦੇ ਨਾਲ ਕਾਫੀ ਕੁਝ ਸਮੱਸਿਆਵਾਂ ਖੜੀਆਂ ਹੋ ਰਹੀਆਂ ਅਤੇ ਬਿਮਾਰੀਆਂ ਖੜੀਆਂ ਹੋ ਰਹੀਆਂ। ਡਾਕਟਰ ਸਾਹਿਬ, ਤੁਸੀਂ ਇਹ ਜਿਹੜੀ ਵਿਧੀ ਦੱਸੀ ਹੈਗੀ ਹੈ, ਸੰਕਲਪ ਦੀ ਸ਼ਕਤੀ, ਇਹਦੇ ਨਾਲ ਅਸੀਂ ਕਿਸ ਤਰੀਕੇ ਦੇ ਨਾਲ ਬੋਡੀ ਨੂੰ ਹੀਲ ਕਰ ਸਕਦੇ ਹਾਂ, ਇਹਦੇ ਨਾਲ ਕੀ ਜ਼ਿੰਦਗੀ 'ਚ ਆਈਆਂ ਸਮੱਸਿਆਵਾਂ ਨੂੰ ਅਸੀਂ ਦੂਰ ਕਰ ਸਕਦੇ ਹਾਂ। ਪਰ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਆਪਾਂ ਨੇ ਇਹ ਗੱਲਬਾਤ ਕੀਤੀ ਹੈ, ਇਹ ਕਿਤੇ ਨਾ ਕਿਤੇ ਮਾਨਸਿਕ ਰੋਗਾਂ ਨੂੰ ਬਹੁਤ ਜ਼ਿਆਦਾ ਫਾਇਦਾ ਪਹੁੰਚਾਉਂਦੀ ਹੈ। ਬਾਕੀ ਦੇ ਸਰੀਰਕ ਜੇਕਰ ਸਮੱਸਿਆਵਾਂ ਹੈਗੀਆਂ ਨੇ, ਬੰਦੇ ਨੂੰ ਰੋਗ ਹੈਗੇ ਨੇ, ਉਹਦੇ 'ਚ ਕਿਸ ਤਰ੍ਹਾਂ ਇਹ ਆਪਣਾ ਰੋਲ ਅਦਾ ਕਰਦਾ? ਮਾਨਸਿਕ ਰੋਗ ਦੇ ਵਿੱਚ ਤਾਂ ਬਹੁਤ ਹੀ ਪਿਆਰੀ ਚੀਜ਼ ਹੈ ਕਿ ਮਾਨਸਿਕ ਰੋਗ, ਆਪਾਂ ਦੇਖੋ ਮਾਨਸਿਕ ਰੋਗ 2 ਤਰ੍ਹਾਂ ਦੇ ਹੁੰਦੇ ਆ। ਇੱਕ ਨੂੰ ਆਪਾਂ ਕਹਿੰਦੇ ਚਿੰਤਾ ਰੋਗ, ਐਂਗਜ਼ਾਇਟੀ, ਇੱਕ ਹੈ ਡਿਪਰੈਸ਼ਨ। ਚਿੰਤਾ ਰੋਗ 'ਚ ਬੰਦਾ ਥੋੜ੍ਹਾ ਹਾਈਪਰ ਹੁੰਦਾ,
ਉਹਦਾ ਹਾਰਟ ਰੇਟ ਤੇਜ਼ ਹੋਏਗਾ, ਉਹਨੂੰ ਪਸੀਨਾ ਆਏਗਾ, ਉਹ ਘਬਰਾਹਟ ਜੀ ਮੰਨੇਗਾ, ਡਿਪਰੈਸ਼ਨ 'ਚ ਉਲਟ ਹੋਏਗਾ ਕਿ ਉਹਦਾ ਬੀਪੀ ਵੀ ਘਟ ਜਾਏਗਾ, ਉਹਦਾ ਟੈਂਪਰੇਚਰ ਵੀ ਘਟ ਜਾਏਗਾ, ਉਹਨੂੰ ਠੰਡ ਵੀ ਲੱਗੇਗੀ, ਉਹਨੂੰ ਭੁੱਖ ਨਹੀਂ ਲੱਗਣੀ, ਤੇ ਉਹ ਜਿਹੜਾ ਡਰਿਆ ਕੱਟਿਆ ਗੱਲ ਨਹੀਂ ਕਰੇਗਾ ਕਿਸੇ ਨਾਲ, ਹੱਸੇਗਾ ਨਹੀਂ, ਬਾਹਰ ਨਹੀਂ ਨਿਕਲੇਗਾ। ਇਹ ਦੋ ਤਰ੍ਹਾਂ ਦੀਆਂ ਨੇ। ਹੁਣ ਉਹ ਬੰਦੇ ਨੂੰ ਦੋ ਵੀ ਹੋ ਜਾਂਦੀਆਂ ਨੇ, ਕਦੇ ਉਹ ਉਸ ਮੂਡ 'ਚ ਹੁੰਦਾ, ਕਦੇ ਉਸ ਮੂਡ। ਬਿਲਕੁਲ ਉਹ ਵੀ ਹੁੰਦੀਆਂ ਨੇ। ਰਾਦਰ ਦੋਨੋਂ ਚਿੰਤਾ, ਜਦੋਂ ਬੰਦਾ ਨੂੰ ਇਹ ਲੱਗਦਾ ਵੀ ਮੈਂ ਉਹਨੂੰ ਫਟਾਫਟ ਹੱਲ ਕਰ ਲਾਂ, ਤਦ ਤੱਕ ਚਿੰਤਾ ਹੈ। ਜਿੱਥੇ ਹਥਿਆਰ ਸਿੱਟ ਗਿਆ ਉੱਥੇ ਡਿਪਰੈਸ਼ਨ ਹੈ। ਫਿਰ ਉਹਨੂੰ ਅਗਲ ਨਹੀਂ ਮੈਂ ਤਾਂ ਹੱਲ ਕਰ ਲੂੰਗਾ, ਉਹ ਐਂ ਬਦਲਦਾ ਰਹਿੰਦਾ। ਸੋ ਚਿੰਤਾ ਡਿਪਰੈਸ਼ਨ ਦੋਨੋਂ ਬਿਲਕੁਲ ਸਹੀ ਕਿਹਾ ਤੁਸੀਂ, ਇਹ ਇਕੱਠੇ ਵੀ ਚੱਲਦੇ ਕਈ ਵਾਰੀ। ਉਹ ਮੋਸਟਲੀ ਇਕੱਠੇ ਹੀ ਹੁੰਦੇ ਆ। ਜੇ ਬੈਲੈਂਸ ਜੇ ਹੁੰਦੇ ਆ ਤਾਂ ਕਿਸੇ 'ਚ ਜਿਹਦੇ 'ਚ ਚਿੰਤਾ ਹੈਗੀ ਹੈ ਤਾਂ ਉਹ 'ਚ ਨਹੀਂ ਡਿਪਰੈਸ਼ਨ ਨਹੀਂ ਹੋਊਗਾ, ਲੇਕਿਨ ਭਾਰੂ ਚਿੰਤਾ ਹੋਊਗੀ, ਦੂਜੇ 'ਚ ਭਾਰੂ ਡਿਪਰੈਸ਼ਨ ਹੋਊਗਾ। ਸੋ ਇੱਦਾਂ ਦਾ ਮਿਕਸਚਰ ਜਿਹਾ ਹੀ ਹੁੰਦਾ ਹੈ। ਠੀਕ ਹੈ ਗੱਲ ਤੁਹਾਡੀ। ਲੇਕਿਨ ਉਹ 'ਚ ਦੇਖੋ, ਉਹਦੇ 'ਚ ਕੁਦਰਤ ਦੇ ਜਿਹੜੇ ਨਾ ਐਕਚੁਅਲੀ ਜਿਹੜੇ ਸਿੰਪਟਮ ਹੁੰਦੇ ਆ, ਚਾਹੇ ਉਹ ਮਾਨਸਿਕ ਬਿਮਾਰੀ ਜਾਂ ਸਰੀਰਕ ਬਿਮਾਰੀ ਹੈ, ਉਹਦਾ ਆਪਾਂ ਪਹਿਲਾਂ ਵੈਸੇ ਕਰ ਚੁੱਕੇ ਹਾਂ ਕਿ ਸਿੰਪਟਮ ਜਿਹੜੇ ਹੁੰਦੇ ਆ ਇਹ ਬਾਡੀ ਤੁਹਾਨੂੰ ਜਿਹੜੀ ਹੈ ਉਹ ਕਿਸੇ ਮਕਸਦ ਲਈ ਲੈ ਕੇ ਆਉਂਦੀ ਹੈ। ਜਿਸ ਤਰ੍ਹਾਂ ਮੰਨ ਲਓ ਐਂਗਜ਼ਾਇਟੀ ਹੋ ਰਹੀ, ਤੁਹਾਨੂੰ ਕੋਈ ਚਿੰਤਾ ਹੋ ਰਹੀ ਹੈ, ਤਾਂ ਚਿੰਤਾ ਕੋਈ ਮਾੜੀ ਗੱਲ ਥੋੜ੍ਹਾ ਹੈ। ਚਿੰਤਾ ਤਾਂ ਤੁਹਾਡੀ ਇੱਕ ਸ਼ਕਤੀ ਹੈ ਕਿ ਤੁਹਾਥੋਂ ਇੱਕ ਸਮੱਸਿਆ ਨੋਰਮਲ ਰਹਿ ਕੇ ਠੀਕ ਹੱਲ ਨਹੀਂ ਹੋ ਰਹੀ, ਤੁਸੀਂ ਜੇ ਚਿੰਤਾ ਕਰੋਗੇ ਤਾਂ ਤੁਹਾਡਾ ਜਿਹੜਾ ਸਿਸਟਮ ਹੈ ਉਹ 2 ਗੁਣਾ 3 ਗੁਣਾ 4 ਗੁਣਾ 10 ਗੁਣਾ ਉੱਪਰ ਜਾ ਕੇ ਕੰਮ ਕਰਦਾ। ਤਾਂ ਤੁਸੀਂ ਜਿਵੇਂ ਪੜਾਕੂ ਹੈ ਬੰਦਾ, ਪੇਪਰ ਹੋ ਰਹੇ ਆ, ਪੇਪਰਾਂ ਦੇ ਨਾਲ ਬੰਦੇ ਨੂੰ ਚਿੰਤਾ ਹੁੰਦੀ ਹੈ, ਚਿੰਤਾ ਕਰਕੇ ਬੰਦਾ ਜ਼ਿਆਦਾ ਪੜ੍ਹ ਲੈਂਦਾ, ਜ਼ਿਆਦਾ ਯਾਦ ਵੀ ਰੱਖਦਾ, ਉਹਨੂੰ ਯਾਦ ਵੀ ਜ਼ਿਆਦਾ ਰਹਿੰਦਾ, ਉਹ ਫਟਾਫਟ ਲਿਖਦਾ ਵੀ ਤੇਜ਼ੀ ਨਾਲ ਹੈ। ਤਾਂ ਚਿੰਤਾ ਇੱਕ ਲੈਵਲ 'ਤੇ ਮਾੜੀ ਨਹੀਂ ਹੁੰਦੀ। ਸਵਾਲ ਹੈ ਚਿੰਤਾ ਥੋੜ੍ਹਾ ਜਿਹਾ ਭਾਰੂ ਹੋ ਗਈ, ਫਿਰ ਉਹ ਤੁਹਾਨੂੰ ਤੁਹਾਡੇ ਕੰਮ 'ਚ ਵੀ ਡਿੱਕਾ ਬਣਨ ਲੱਗ ਜਾਂਦੀ ਹੈ। ਇੱਕ ਲੈਵਲ ਤੱਕ ਚਿੰਤਾ ਓਕੇ ਹੈ, ਤੇ ਉਹ ਚਿੰਤਾ ਪੈਦਾ ਕਰਕੇ ਕੁਦਰਤ ਤੁਹਾਡੀਆਂ ਸਮੱਸਿਆਵਾਂ ਨੂੰ ਹੱਲ ਕਰ ਰਹੀ ਹੈ, ਨਾ ਕਿ ਤੁਹਾਨੂੰ ਕੋਈ ਤੰਗ ਕਰਨਾ ਚਾਹੁੰਦੀ ਹੈ। ਇਸੇ ਤਰ੍ਹਾਂ ਡਿਪਰੈਸ਼ਨ ਹੈ। ਮੰਨ ਲਓ ਬੰਦਾ ਡਿਪਰੈਸ਼ਨ ਹੈ, ਬਾਹਰ ਨਹੀਂ ਜਾਂਦਾ, ਗੱਲ ਨਹੀਂ ਕਰਦਾ, ਉਹ ਕੀ ਹੈ ਕਿ ਕੁਦਰਤ ਨੂੰ ਕੋਈ ਗਲਤ ਰਸਤੇ ਜਾ ਰਿਹਾ ਸੀਗਾ, ਕੁਦਰਤ ਨੂੰ ਕਹਿ ਰਹੀ ਵੀ ਨਾ ਜਾ, ਮੁੜਿਆ ਗਲਤ ਰਸਤਾ ਹੈ। ਉਹ ਜੇ ਕੈਚ ਕਰ ਗਿਆ, ਉਹ ਫਿਰ ਗਲਤ ਰਸਤਾ, ਫਿਰ ਉਹਦੇ ਲਈ ਫਾਇਦਾ ਹੋ ਗਿਆ। ਜੇ ਨਹੀਂ ਕੈਚ ਕੀਤਾ ਤਾਂ ਫਿਰ ਉਹ ਦਪਣਾ ਹਰਕਤਾਂ ਕਰੀ ਜਾਏਗਾ। ਸੋ ਇਸ ਕਰਕੇ ਇੱਕ ਤਾਂ ਚਿੰਤਾ ਅਤੇ ਡਿਪਰੈਸ਼ਨ ਨੂੰ ਹਮੇਸ਼ਾ ਹੀ ਕੁਦਰਤ ਦੇ ਵਰਦਾਨ ਸਮਝਣਾ ਚਾਹੀਦਾ। ਜੇ ਅਸੀਂ ਉਹਨੂੰ ਜਿਹੜਾ ਆਪਾਂ ਮੈਡੀਟੇਸ਼ਨ ਦਾ ਟੈਕਨੀਕ ਦੱਸਿਆ, ਉਸ ਮੈਡੀਟੇਸ਼ਨ ਦੀ ਟੈਕਨੀਕ ਜਾ ਕੇ ਜੇ ਆਪਾਂ ਨੂੰ ਉਹਦੇ 'ਤੇ ਮੰਨਣ ਕਰਾਂਗੇ ਚੇਤਨ ਮਨ 'ਚ ਜਾ ਕੇ, ਤਾਂ ਚਿੰਤਾ ਅਤੇ ਡਿਪਰੈਸ਼ਨ ਦੇ ਦੋਨੋਂ ਕਾਰਨ ਜਿਹੜੇ ਨੇ ਦੂਰ ਹੋ ਜਾਂਦੇ ਆ। ਬਹੁਤੀ ਵਾਰੀ ਤੁਹਾਨੂੰ ਅਰਸ ਨਾਲ ਜਾਂ ਸੋਲਿਊਸ਼ਨ ਆ ਜਾਏਗਾ ਉਹਦਾ, ਵੀ ਬੇਟਾ ਆਹ ਕਰ ਲਓ, ਇੱਦਾਂ ਹੋ ਜਾਏਗਾ। ਤਾਂ ਇਸ ਕਰਕੇ ਚਿੰਤਾ ਡਿਪਰੈਸ਼ਨ ਮਾਨਸਿਕ ਬਿਮਾਰੀਆਂ ਜਦ ਤੱਕ ਉਹ ਬਹੁਤ ਜ਼ਿਆਦਾ ਐਡਵਾਂਸ ਨਹੀਂ ਹੋ ਜਾਂਦੀਆਂ, ਤਦ ਤੱਕ ਉਹਦੇ ਲਈ ਮੈਡੀਟੇਸ਼ਨ ਬਹੁਤ ਵੱਡਾ ਟੂਲ ਹੈ। ਬਸ ਜਦੋਂ ਬਹੁਤ ਜ਼ਿਆਦਾ ਸਿਰ ਤੋਂ ਲੰਘ ਜਾਂਦੀਆਂ ਨੇ, ਫਿਰ ਉਹ ਬੰਦਾ ਕੋਆਪਰੇਟ ਕਰਨ ਦੇ ਕਾਬਿਲ ਨਹੀਂ ਰਹਿੰਦਾ। ਫਿਰ ਉੱਥੇ ਬੜੀ ਸਮੱਸਿਆ ਆ ਰਹੀ ਸਾਨੂੰ। ਸਾਡੇ ਕੋਲ ਜਿਹੜੇ ਰੋਗ ਸਾਥੋਂ ਜਿਹਨੂੰ ਕਹਿੰਦੇ ਭਾਰੂ ਹੋ ਰਹੇ ਆ, ਉਹਦੇ 'ਚ ਇਹ ਵੀ ਹੈਗੇ ਜਿਹੜੇ ਮੇਜਰ ਵੱਡੀਆਂ ਸਕੈਟਰਿਕ ਸਮੱਸਿਆਵਾਂ ਨੇ, ਜਿੱਥੇ ਕਿ ਬੰਦਾ ਕੋਆਪਰੇਟ ਹੀ ਨਹੀਂ ਕਰ ਰਿਹਾ, ਬੰਦਾ ਕੋਆਪਰੇਟ ਕਰਨ ਦੇ ਫਿੱਟ ਹੀ ਨਹੀਂ ਹੈ। ਤਾਂ ਉਸ ਸਟੇਜ 'ਚ ਪਹੁੰਚ ਕੇ ਫਿਰ ਥੋੜ੍ਹੀ ਦਿੱਕਤ ਆਉਂਦੀ ਹੈ। ਉੱਥੇ ਨਹੀਂ ਸਮਝ ਆ ਰਹੀ ਕਿ ਉੱਥੇ ਕਿਵੇਂ ਕੀਤਾ ਜਾਵੇ। ਉੱਥੇ ਦਵਾਈਆਂ ਦੀ ਮਦਦ ਕਿਤੇ ਥੋੜ੍ਹੀ ਲਈ ਜਾ ਸਕਦੀ ਹੈ, ਪਰ ਸਾਡੀ ਬਦਕਿਸਮਤੀ ਹੈ ਕਿ ਹਿੰਦੁਸਤਾਨ ਵਰਗੇ ਦੇਸ਼ ਦੇ ਵਿੱਚ ਕੀ ਪੂਰੀ ਦੁਨੀਆ 'ਚ ਹੀ ਵੈਸੇ ਤਾਂ ਮੇਰੇ ਬੱਚੇ ਅਮਰੀਕਾ 'ਚ ਨੇ, ਉਹ ਵੀ ਮੈਨੂੰ ਕੱਲ੍ਹ ਮੇਰੀ ਨੂੰਹ ਰਾਣੀ ਵੀ ਦੱਸ ਰਹੀ ਸੀ, ਉਹ ਡਾਕਟਰ ਹੈ, ਉਹ ਕਹਿੰਦੀ ਪਾਪਾ ਇੱਥੇ ਵੀ ਇਹੀ ਸਮੱਸਿਆ, ਇੱਥੇ ਵੀ ਕੋਈ ਹੱਲ ਹੈ ਨਹੀਂ ਗਾ। ਦਵਾਈਆਂ 'ਤੇ ਪਾ ਦਿੰਦੇ ਅਸੀਂ, ਲੇਕਿਨ ਜਿਹੜੀ ਉਹਦੀ ਦੂਜਾ ਪੱਖ ਹੈ ਕਿ ਉਹਦੇ ਅੰਦਰੋਂ ਕਿਵੇਂ ਕੂੜਾ ਕਰਕਟ ਬਾਹਰ ਕੱਢਣਾ, ਉਹਦਾ ਕੋਈ ਇੱਥੇ ਵੀ ਹੈ ਨਹੀਂ ਗਾ ਕਹਿੰਦੇ। ਤਾਂ ਸਾਡੇ ਸਮਾਜ ਨੇ ਅਜੇ ਤੱਕ ਇਸ ਸਮਾਜ ਨੂੰ ਬਹੁਤ ਵੱਡੀ ਲੋੜ ਹੈ ਕਿ ਅਸੀਂ ਜਿਹੜੇ ਮਾਨਸਿਕ ਰੋਗਾਂ ਨਾਲ ਪੀੜਿਤ ਹੋ ਰਹੇ ਹਾਂ ਵਿਅਕਤੀ ਨੇ, ਉਹਨਾਂ ਨੂੰ ਇੱਕ ਐਸਾ ਮਾਹੌਲ ਦਈਏ ਕਿ ਉਹਦੇ ਦੇ ਅੰਦਰ ਜਿਹੜਾ ਕੂੜਾ ਕਰਕਟ ਇਕੱਠਾ ਹੋ ਗਿਆ, ਜਿਹੜਾ ਉਹਨੂੰ ਤੰਗ ਕਰ ਰਿਹਾ, ਤਾਂ ਬਾਹਰ ਨਿਕਲੇਗਾ ਤਾਂ ਠੀਕ ਹੋ ਜਾਣਗੇ। ਲੇਕਿਨ ਬਾਹਰ ਕੱਢਣ ਵਾਲਾ ਅਜੇ ਤੱਕ ਸਾਡੇ ਸਮਾਜ ਦੇ ਅੰਦਰ ਕੋਈ ਜਿਹੀਆਂ ਸੰਸਥਾਵਾਂ, ਇਹੋ ਜਿਹਾ ਸੈਟਅਪ, ਇਹੋ ਜਿਹਾ ਕੋਈ ਹੈ ਨਹੀਂ ਗਾ, ਜਿਹੜਾ ਕਿ ਸਾਨੂੰ ਬਹੁਤ ਜ਼ਿਆਦਾ ਲੋੜ ਹੈ ਕੰਮ ਕਰਨ ਦੀ। ਜਿੱਥੇ ਮਾਨਸਿਕ ਰੋਗ, ਚਿੰਤਾ ਰੋਗ ਤੇ ਡਿਪਰੈਸ਼ਨ, ਇਹਦੇ ਨਾਲ ਇੱਕ ਅਜਿਹੀ ਸਮੱਸਿਆ ਹੋਰ ਹੈ ਜਿਹਦਾ ਸੰਬੰਧ ਸਿੱਧਾ ਮਾਈਂਡ ਦੇ ਨਾਲ ਹੈ। ਨਸ਼ਾ ਜਿਹੜੇ ਆ ਉਹ ਬਹੁਤ, ਜਿਹੜਾ ਪੰਜਾਬ ਦੇ ਵਿੱਚ ਤਾਂ ਅੱਤ ਆਈ ਹੋਈ ਆ। ਹਰ ਰੋਜ਼ ਕੋਈ ਨਾ ਕੋਈ ਨਸ਼ੇ ਨਾਲ ਮਰ ਰਿਹਾ, ਹਰ ਰੋਜ਼ ਨਸ਼ੇ ਦੇ ਨਾਲ ਜਿਹੜਾ ਉਹ ਕਿਤੇ ਨਾ ਕਿਤੇ ਕੋਈ ਨੁਕਸਾਨ ਹੋ ਰਿਹਾ। ਸਰਕਾਰਾਂ ਤੱਕ ਬਦਲ ਚੁੱਕੀਆਂ ਨੇ ਨਸ਼ੇ ਦੇ ਮੁੱਦੇ ਨੂੰ ਲੈ ਕੇ। ਕੀ ਆਪਾਂ ਸੰਕਲਪ ਦੀ ਸ਼ਕਤੀ ਦੇ ਨਾਲ ਇਹਦਾ ਵੀ ਕੋਈ ਰੋਲ, ਇਹਦਾ ਵੀ ਕਨੈਕਸ਼ਨ ਜੋੜ ਸਕਦੇ ਹਾਂ? ਵੈਸੇ ਕਰੋ ਜੀ, ਮੈਨੂੰ ਲੱਗਦਾ ਨਸ਼ਿਆਂ 'ਤੇ ਆਪਾਂ ਨੂੰ ਸੈਪਰੇਟ ਵੀਡੀਓ ਕਰਨੀ ਚਾਹੀਦੀ ਹੈ। ਨਸ਼ੇ ਆਪਣੇ ਆਪ 'ਚ ਬਹੁਤ ਵੱਡਾ ਇਸ਼ੂ ਨੇ ਜਿਹਦੇ ਉੱਪਰ ਨੂੰ ਗੱਲ ਕਰਨੀ ਚਾਹੀਦੀ ਹੈ। ਇੱਥੇ ਸਿਰਫ ਮੈਂ ਇੰਨਾ ਕੀ ਕਮੈਂਟ ਦਊਂਗਾ ਕਿ ਨਸ਼ੇ ਜਿਹੜੇ ਨੇ ਆਪਣੇ ਆਪ 'ਚ ਕੋਈ ਮਾੜੀ ਚੀਜ਼ ਨਹੀਂ ਹੈ, ਇਹ ਵੀ ਇੱਕ ਆਊਟਲੈਟ ਦਿੰਦੇ ਆ। ਸਪੋਜ਼ ਇੱਕ ਵਿਅਕਤੀ ਹੈ, ਉਹ ਮਾਨਸਿਕ ਤੌਰ 'ਤੇ ਪੀੜਤ ਹੈ, ਉਹ ਨਸ਼ਾ ਕਰਕੇ
ਆਪਣੇ ਆਪ ਨੂੰ ਇੱਕ ਸਕੂਨ ਦੇ ਲੈਂਦਾ। ਸਪੋਜ਼ ਉਹ ਨਸ਼ਾ ਨਾ ਕਰਦਾ ਤਾਂ ਹੋ ਸਕਦਾ ਸੁਸਾਈਡ ਕਰ ਜਾਂਦਾ ਉਹ। ਸੋ ਨਸ਼ੇ ਨੂੰ ਬਚਾ ਲਿਆ ਨਾ, ਹੋ ਸਕਦਾ ਜੋ ਨਸ਼ਾ ਨਾ ਕਰੇ ਤਾਂ ਹੋ ਸਕਦਾ ਬੰਦਾ ਆਤਮ ਹੱਤਿਆ ਕਰ ਜਾਏ। ਸੋ ਨਸ਼ਾ ਇੱਕ ਲੈਵਲ ਤੱਕ, ਮੈਂ ਨਹੀਂ ਕਹਿ ਰਿਹਾ ਹਮੇਸ਼ਾ, ਬਹੁਤ ਸਟਰੋਂਗ ਨਸ਼ੇ ਜਿਹੜੇ ਨੇ ਉਹ ਤੁਹਾਨੂੰ ਅਲਟੀਮੇਟਲੀ ਡਿਪੈਂਡੈਂਟ ਕਰਦੇ ਨੇ, ਤੁਹਾਨੂੰ ਉਹ ਉਲਝਾ ਲੈਂਦੇ ਆ। ਲੇਕਿਨ ਇਹ ਨਸ਼ੇ ਕੋਈ ਅੱਜ ਦੇ ਨਹੀਂ ਹੈਗੇ, ਨਸ਼ੇ ਬਹੁਤ ਪੁਰਾਣੇ ਨੇ ਸਮਾਜ ਦੇ ਅੰਦਰ। ਔਰ ਨਸ਼ੇ ਪੁਰਾਣੇ ਸਮਾਜ ਦੇ ਅੰਦਰ ਥੋੜ੍ਹੇ ਬਹੁਤੇ ਕਰਦੇ ਸੀ ਜਿਹੜੇ ਲੋਕ, ਉਹ ਇਸੇ ਵਾਸਤੇ ਕਰਦੇ ਸੀਗੇ ਕਿ ਕੋਈ ਨਾ ਕੋਈ ਆਊਟਲੈਟ ਹੋ ਜਾਵੇ ਉਹਨਾਂ ਦਾ। ਉਹ ਜਿਵੇਂ ਆਪਾਂ ਮੰਨ ਲਓ ਦਾਰੂ ਪੀਂਦੇ ਆ ਲੋਕ, ਦਾਰੂ ਪੀ ਕਿੰਨੀਆਂ ਗੱਲਾਂ ਕਰਦੇ ਆ, ਤੁਸੀਂ ਦੇਖੇ ਹੋਣੇ ਦਾਰੂ ਪੀਣ ਵਾਲੇ ਕਿੰਨਾ ਬਕੜਵਾਦ ਕਰਦੇ ਆ। ਬਕੜਵਾਦ ਕਰਕੇ ਕੀ ਹੁੰਦਾ, ਫਿਰ ਹੋਟਲ ਆਪਣਾ ਕੱਢ ਕੁੱਢ ਕੇ ਗੁੱਬ ਗਵਾਰ ਜਾ ਕੱਢ ਕੇ ਜਾ ਕੇ ਚੁੱਪ ਸੌ ਜਾਂਦੇ ਆ। ਤਾਂ ਉਹ ਕਿਸੇ ਇੱਕ ਲੈਵਲ 'ਤੇ ਜਿਹੜੇ ਹਲਕੇ ਫੁਲਕੇ ਨਸ਼ੇ ਨੇ ਉਹ ਮੈਂ ਸਮਝਦਾ ਕਿ ਸਮਾਜ 'ਚ ਬਹੁਤ ਉਹਨਾਂ ਨੂੰ ਗੁੱਸਾ ਨਹੀਂ ਕਰਨਾ ਚਾਹੀਦਾ ਉਹਦਾ। ਉਹ ਸਮਾਜ ਨੂੰ ਆਪਣੇ ਆਪ 'ਤੇ ਛੱਡ ਦੇਣਾ ਚਾਹੀਦਾ। ਉਹਨਾਂ ਤੋਂ ਬਿਨਾਂ ਸਮਾਜ ਸਾਰ ਲਵੇ ਤਾਂ ਬਹੁਤ ਹੀ ਵਧੀਆ। ਲੇਕਿਨ ਜੇ ਹਲਕੇ ਫੁਲਕੇ ਨਸ਼ੇ ਕਰਕੇ ਵੀ ਸਮਾਜ ਕਰਦਾ ਕਦੇ ਕਦੇ ਤਾਂ ਉਹਦੇ 'ਚ ਕੋਈ ਬਹੁਤਾ ਗੁੱਸਾ ਨਹੀਂ ਕਰਨਾ ਚਾਹੀਦਾ। ਲੇਕਿਨ ਜਿਹੜੇ ਗੰਭੀਰ ਕਿਸਮ ਦੇ ਨਸ਼ੇ ਆ, ਚਿੱਟਾ ਹੈ, ਜਿੱਦਾਂ ਸਮੈਕ ਹੈ, ਹੈਰੋਇਨ ਹੈ, ਇਹ ਜਿਹੜੇ ਨਸ਼ੇ ਨੇ ਬਹੁਤ ਹੀ ਖਤਰਨਾਕ ਨਸ਼ੇ ਆ, ਕਿਉਂਕਿ ਇਹਦੇ ਅੰਦਰ ਅਲਟੀਮੇਟਲੀ ਜਦੋਂ ਬੰਦਾ ਡਿਪੈਂਡੈਂਟ ਹੋ ਜਾਂਦਾ ਤਾਂ ਫਿਰ ਉਹ ਮਰਨ ਵੱਲ ਨੂੰ, ਮੌਤ ਵੱਲ ਨੂੰ ਜਾਂਦਾ। ਇਹਨਾਂ ਨਸ਼ਿਆਂ ਦੀ ਜਿਹੜੀ ਉਹ ਨਸ਼ੇ ਉਹ ਇਸ ਕਰਕੇ ਚੱਲਦੇ ਆ ਕਿਉਂਕਿ ਉਹਦੇ ਅੰਦਰ ਬਹੁਤ ਜ਼ਿਆਦਾ ਪ੍ਰੋਫਿਟਸ ਨੇ। ਵੈਸੇ ਆਪਾਂ ਨੂੰ ਮੈਂ ਸਮਝਦਾ ਨਸ਼ਿਆਂ 'ਤੇ ਇੱਕ ਸੈਪਰੇਟ ਵੀਡੀਓ ਕਰਨੀ ਚਾਹੀਦੀ ਹੈ। ਨਸ਼ਿਆਂ ਦੀ ਸਮੱਸਿਆ ਜਿਹੜੀ ਹੈ ਇਹ ਤਾਂ ਬਹੁਤ ਲੰਬਾ ਇਤਿਹਾਸ ਹੈ। ਉਹ ਕਿਵੇਂ ਇਵੋਲਵ ਕੀਤਾ ਅਤੇ ਕਿਵੇਂ ਪੰਜਾਬ ਦੇ ਵਿੱਚ ਕੀ ਉਹਦੀਆਂ ਰੈਮੀਫਿਕੇਸ਼ਨਸ ਨੇ ਅਤੇ ਪੰਜਾਬ ਨੂੰ ਆਪਾਂ ਕਿੱਥੇ ਪਲੇਸ ਕਰਦੇ ਹਾਂ। ਮੇਰੇ ਖਿਆਲ ਆਪਾਂ ਇੱਥੇ ਸੈਪਰੇਟ ਵੀਡੀਓ ਕਰਾਂਗੇ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਨਿਊਜ਼ ਏਸ਼ੀਆ ਪੰਜਾਬੀ ਦੇ ਦਰਸ਼ਕਾਂ ਨੂੰ ਇੱਕ ਅਜਿਹੀ ਜਾਣਕਾਰੀ ਦਿੱਤੀ ਹੈ ਜਿਹਦੇ ਨਾਲ ਉਹ ਮਨ ਨੂੰ ਜਿੱਤ ਸਕਦੇ ਨੇ। ਅਤੇ ਜੇ ਮਨ ਨੂੰ ਜਿੱਤ ਜਾਣਾ, ਕਹਿੰਦਾ ਮਨ ਜੀਤੇ ਜਗਜੀਤ, ਮਨ ਨੂੰ ਜਿੱਤ ਲਿਆ ਤਾਂ ਫਿਰ ਜੱਗ ਨੂੰ ਜਿੱਤ ਸਕਦੇ ਹਾਂ। ਆਪਣਾ ਸਰੀਰ, ਆਪਣਾ ਪਰਿਵਾਰ, ਆਪਣਾ ਸਮਾਜ ਜਿਹੜਾ ਉਹ ਤਾਂ ਕਿੱਥੇ ਵੱਡੀ ਛੋਟੀ ਜਿਹੀ ਗੱਲ ਰਹਿ ਜਾਂਦੀ ਹੈ। ਸਮੱਸਿਆਵਾਂ ਜਿਹੜੀਆਂ ਨੇ ਉਹ ਹੱਲ ਹੁੰਦੀਆਂ ਨੇ। ਸਰੀਰ ਜਿਹੜੀ ਤੰਦਰੁਸਤੀ ਵੱਲ ਵੱਧਦਾ ਹੈ ਅਤੇ ਖੁਸ਼ਹਾਲੀ ਵੱਲ ਅਸੀਂ ਤੁਰ ਪੈਂਦੇ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸੋ ਸਨ ਡਾਕਟਰ ਅਮਰ ਸਿੰਘ ਆਜ਼ਾਦ। ਸੰਕਲਪ ਦੀ ਸ਼ਕਤੀ ਨਾਲ ਅਸੀਂ ਕਿਸ ਤਰੀਕੇ ਦੇ ਨਾਲ ਆਪਣਾ ਆਪ, ਆਪਣਾ ਪਰਿਵਾਰ, ਆਪਣਾ ਆਲਾ ਦੁਆਲਾ ਅਤੇ ਆਪਣੀ ਤਰੱਕੀ ਵੱਲ ਵੱਧ ਸਕਦੇ ਹਾਂ, ਅੱਜ ਇਹ ਪੂਰੀ ਜਾਣਕਾਰੀ ਤੁਹਾਡੇ ਸਾਹਮਣੇ ਰੱਖੀ ਹੈ। ਉਹਦੀ ਕੀ ਵਿਧੀ ਹੈ ਇਹ ਵੀ ਤੁਹਾਨੂੰ ਸਮਝਾਇਆ ਗਿਆ। ਅਤੇ ਜੇਕਰ ਉਸ ਵਿਧੀ ਦੇ ਉੱਤੇ ਚੱਲ ਕੇ ਵੀ ਅਸੀਂ ਅੱਗੇ ਉਸ ਮਾਮਲੇ ਦੇ ਵਿੱਚ ਕਾਮਯਾਬ ਨਹੀਂ ਹੋ ਪਾਉਂਦੇ ਤਾਂ ਫਿਰ ਕਿਸ ਦੀ ਮਦਦ ਲੈਣੀ ਹੈ, ਇਹ ਵੀ ਚੀਜ਼ ਜਿਹੜੀ ਆ ਅੱਜ ਤੁਹਾਡੇ ਸਾਹਮਣੇ ਰੱਖ ਦਿੱਤੀ ਗਈ ਹੈ। ਉਮੀਦ ਕਰਦੇ ਹਾਂ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇਗੀ। ਜੇ ਪਸੰਦ ਆਈ ਹੈ ਤਾਂ ਇਸ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰੋ, ਕਿਉਂਕਿ ਲੋੜ ਹੈ ਅਜਿਹੀਆਂ ਵੀਡੀਓ ਨੂੰ ਘਰ ਘਰ ਪਹੁੰਚਾਉਣ ਦੀ, ਅਜਿਹੇ ਵਿਚਾਰਾਂ ਨੂੰ ਘਰ ਘਰ ਪਹੁੰਚਾਉਣ ਦੀ, ਅਜਿਹੇ ਵਿਚਾਰਾਂ ਨੂੰ ਸੰਜੋ ਕੇ ਰੱਖਣ ਦੀ। ਕਿਉਂਕਿ ਸਮੱਸਿਆਵਾਂ ਜ਼ਿੰਦਗੀ ਦਾ ਅੰਗ ਨੇ, ਅਭਿੰਨ ਅੰਗ ਨੇ, ਇਸ ਨੂੰ ਅਨਿੱਖੜਵਾਂ ਅੰਗ ਨੇ, ਇਸ ਨੂੰ ਜ਼ਿੰਦਗੀ ਤੋਂ ਅੱਡ ਨਹੀਂ ਕੀਤਾ ਜਾ ਸਕਦਾ। ਅਤੇ ਜੇਕਰ ਸਮੱਸਿਆਵਾਂ ਆਉਂਦੀਆਂ ਨੇ ਅਤੇ ਇਹੋ ਜਿਹੇ ਹੱਲ ਇਹੋ ਜਿਹੀਆਂ ਵੀਡੀਓ ਦੇ ਵਿੱਚੋਂ ਸਾਨੂੰ ਮਿਲ ਜਾਂਦੇ ਨੇ ਤਾਂ ਫਿਰ ਅਸੀਂ ਇਹੋ ਜਿਹੀਆਂ ਸੰਜੋ ਕੇ ਰੱਖੀਆਂ ਹੋਈਆਂ ਵੀਡੀਓ ਦੇ ਵਿੱਚੋਂ ਮੌਕਾ ਪੈਣ ਦੇ ਉੱਤੇ ਉਸ ਨੂੰ ਚਲਾ ਕੇ ਅਸੀਂ ਆਪਣਾ ਹੱਲ ਕੱਢ ਸਕਦੇ ਹਾਂ। ਇਹ ਘਰ ਘਰ ਪਹੁੰਚਦੀਆਂ ਨੇ ਅਤੇ ਜਿਹੜੇ ਲੋਕ ਅਜਿਹੀਆਂ ਸਮੱਸਿਆਵਾਂ 'ਚ ਵੀ ਘਿਰੇ ਹੋਏ ਲੋਕਾਂ ਨੂੰ ਇਹ ਵੀਡੀਓ ਕੋਈ ਹੱਲ ਦਿੰਦੀ ਹੈ ਅਤੇ ਉਹ ਆਪਣੀ ਸਮੱਸਿਆ ਦੇ ਵਿੱਚੋਂ ਬਾਹਰ ਨਿਕਲ ਜਾਂਦੇ ਨੇ, ਤੰਦਰੁਸਤੀ ਹਾਸਲ ਕਰ ਲੈਂਦੇ ਨੇ, ਆਪਣੀ ਸਮੱਸਿਆ ਹੱਲ ਕਰ ਲੈਂਦੇ ਨੇ, ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਰਿਹਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਸਾਡੇ ਫੇਸਬੁੱਕ ਪੇਜ ਨਿਊਜ਼ ਏਸ਼ੀਆ ਪੰਜਾਬੀ ਨੂੰ ਲਾਈਕ ਅਤੇ ਫੋਲੋ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।